ਜੇ 7 ਜਣੇ ਚੋਂ ਖੜਾ ਲਓ ਨਾ ਜੀ ਦਾ ਓਨਰ ਵੀ ਵਿੱਚ ਖੜਾ ਲਓ। ਇਹ ਕਿਹੜਾ ਸਾਡੇ ਚਾਚੇ ਦਾ ਜੀ ਜਾਂ ਹੋਰ ਕੋਈ ਜਿਹੜਾ ਵੀ ਚੈਨਲ ਤੇ ਇਹ ਪਾਉਂਦੇ ਨੇ, ਸਾਡੇ ਚਾਚੇ ਮਾਮੇ ਤਾਇਆਂ ਦੇ ਨਹੀਂ ਹੈਗੇ। ਅਸੀਂ ਆਪਦੇ ਪੰਜਾਬ ਨੂੰ ਪਹਿਲਾਂ ਬਿਲੋਂਗ ਕਰਦੇ ਹਾਂ। ਜੇ 10 ਜਣੇ 'ਚ ਖੜਾ ਦਿਓ ਨਾ ਵੀ ਵਿੱਚ ਜੀ ਦਾ ਮਾਲਕ ਖੜਾ ਦਿਓ, ਵਿੱਚ ਫਲਾਣਾ, ਜੇ ਸਾਨੂੰ ਕਹਿ ਦਿਓ ਪਛਾਣ ਕਿਸੇ ਦੇ, ਮੈਨੂੰ ਲੱਗਦਾ ਕਿਸੇ ਨੂੰ ਸ਼ਕਲ ਵੀ ਨਹੀਂ ਪਤਾ। ਹੁਣ ਸਾਨੂੰ ਕੀ ਪਤਾ ਕੌਣ ਨੇ ਯਾਰ, ਸਾਡਾ ਨਿੱਜੀ ਥੋੜ੍ਹਾ ਮਸਲਾ ਇਹ, ਬਿਲਕੁਲ ਸਾਨੂੰ ਪਤਾ ਹੀ ਨਹੀਂ ਸੀ। ਅਸੀਂ ਫਿਲਮ ਦੇ ਵੱਡੇ ਪਰਦੇ, ਸਾਡੇ ਨਾਲ ਵੀ ਧੱਕਾ ਹੋਇਆ, ਅਸੀਂ ਫਿਲਮ ਵੱਡੇ ਪਰਦੇ ਤੇ ਲਾਉਣੀ ਸੀ। ਕਿੰਨੇ ਇਹਨਾਂ ਨੇ ਡਿਸਕਸ਼ਨਾਂ ਕੀਤੀਆਂ ਉਹਨਾਂ ਨਾਲ ਜੀ, ਬੈਠ ਕੇ ਵੀ ਇੰਨੀਆਂ ਡਿਸਕਸ਼ਨਸ ਹੋਈਆਂ ਵੀ ਤੁਸੀਂ ਸਾਡੇ ਪਰਦੇ ਤੇ ਚੱਲਣ ਵਾਲੀ ਫਿਲਮ OTT ਤੇ ਪਾ ਰਹੇ ਹੋ, ਪਰ ਹੋ ਸਕਦਾ ਕੱਲ ਨੂੰ OTT ਤੇ ਫਿਲਮਾਂ ਪਈਆਂ ਕਮਰਸ਼ੀਅਲੀ ਸਾਡੇ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਹੋਵੇ, ਆਰਟਿਸਟਾਂ ਲਈ ਬਹੁਤ ਵਧੀਆ ਹੋਵੇ, ਕਮਰਸ਼ੀਅਲੀ ਬਹੁਤ ਵਧੀਆ ਹੋਵੇ। ਪਰ ਹਾਲ ਦੀ ਘੜੀ ਸਾਨੂੰ ਜਿਹੜਾ ਮਜ਼ਾ, ਜਿਹੜਾ ਸਕੂਨ ਲੋਕਾਂ ਦੀਆਂ ਤਾੜੀਆਂ ਸੀਟੀਆਂ ਤੇ ਵੱਡੇ ਤਾੜੀਆਂ ਨਾਲ ਆਉਂਦਾ ਵੱਡੇ ਪਰਦੇ ਤੇ ਬੈਠ ਕੇ, ਹੁਣ OTT ਤੇ ਥੋੜਾ ਆ ਜਾਣਾ। ਅਸੀਂ ਆਪਣੇ ਢਿੱਡ ਦਾ ਕੰਮ ਕਰਦੇ ਹਾਂ, ਕੋਈ ਕਿਸੇ ਦੇ ਮਨ 'ਚ ਹਰਾਮਪਣਾ ਨਹੀਂ ਹੈਗਾ, ਕਿਸੇ ਨੇ ਇਦਾਂ ਨਹੀਂ ਕੀਤਾ ਔਰ ਨਾ ਹੀ ਅਸੀਂ ਕਰਨਾ ਨਾ ਕਰਨ ਵਾਲੇ ਹਾਂ। ਸਭ ਦੇ ਨਾਲ ਹੀ ਖੜੇ ਹਾਂ, ਸਭ ਦੇ ਭੈਣ ਭਰਾ, ਸਾਡੇ ਮਾਮੇ ਚਾਚੇ ਤਾਏ ਫੁੱਫੜ ਹੁਣ ਵੀ ਉੱਥੇ ਤੁਰੇ ਫਿਰਦੇ ਆ, ਸਾਰਿਆਂ ਦੇ ਬੱਚੇ ਉੱਥੇ ਤੁਰੇ ਫਿਰਦੇ ਆ। ਸੋ ਡੋਂਟ ਵਰੀ, ਆਪਣੇ ਭੈਣ ਭਰਾਵਾਂ ਨੂੰ ਉਵੇਂ ਹੀ ਸਮਝੋ। ਸਾਡੀ ਕੋਈ ਮਨਸਾ ਨਹੀਂ ਹੈਗੀ ਵੀ ਇਦਾਂ ਦੀ ਵੀ ਅਸੀਂ ਉਹਦੇ ਨਾਲ ਖੜ ਗਏ। ਸਾਡੇ ਮੈਂ ਉਹੀ ਫਿਰ ਦੁਬਾਰੇ ਕਹਿੰਦਾ, ਸਾਡੇ ਚਾਚੇ ਦੇ ਮੁੰਡੇ ਜਾਂ ਅਸੀਂ ਉਹ ਜਾਣਦੇ, ਸਾਡਾ ਤਾਂ ਆਹੀ ਘਰ ਆ, ਆਹੀ ਇੱਥੇ ਇਸੇ ਦੇ ਜਿਹੜੇ ਜ਼ਮੀਨ ਨੇ, ਜਿਹੜੇ ਭੈਣ ਭਰਾਵਾਂ ਨੇ ਸਾਰਾ ਕੁਝ ਦਿੱਤਾ, ਉਹਦੇ ਹਮੇਸ਼ਾ ਨਾਲ ਸੀਗੇ, ਨਾਲ ਹਾਂ ਤੇ ਨਾਲ ਹੀ ਖੜੇ ਰਵਾਂਗੇ। ਅਸੀਂ ਹਮੇਸ਼ਾ ਕਿਸਾਨੀ ਦੇ ਨਾਲ ਖੜੇ ਹਾਂ, ਖੜਦੇ ਹਾਂ ਤੇ ਖੜੇ ਰਹਾਂਗੇ। ਔਰ ਸਾਨੂੰ ਜਥੇਬੰਦੀਆਂ ਦੇ ਜਿਹੜੇ ਮੋਹਰੀ ਨੇ, ਉਹਨਾਂ ਨੇ ਵੀ ਇੱਕ ਵਾਰੀ ਇਹ ਜ਼ਰੂਰ ਕਹਿਤਾ ਸੀ ਕਿ ਸਾਡੇ ਵੱਲੋਂ ਕੋਈ ਨਹੀਂ, ਨਾ ਨੁੱਕਰ, ਤੁਸੀਂ ਆਪਣਾ ਕੰਮ ਕਰੋ, ਤੁਸੀਂ ਹਮੇਸ਼ਾ ਸਾਡੇ ਲਈ ਖੜੇ ਹੋ ਔਰ ਪਹਿਲਾਂ ਤੁਸੀਂ ਆ ਕੇ ਖੜੇ ਹੋ ਸਾਰੇ ਕਲਾਕਾਰ ਸਾਡੇ ਨਾਲ, ਤੇ ਸਾਨੂੰ ਤੁਹਾਡੇ 'ਤੇ ਮਾਣ ਆ। ਫਿਰ ਵੀ ਪਤਾ ਨਹੀਂ ਕਿਉਂ ਉਹਨਾਂ ਦੀ ਕਹੀ ਤੇ ਗੱਲ 'ਤੇ ਕੁਝ ਲੋਕ ਫੁੱਲ ਕਿਉਂ ਨਹੀਂ ਚੜ੍ਹਾ ਰਹੇ। ਸਾਨੂੰ ਇਹ ਸੰਘਰਸ਼ ਤੋਂ ਤੋੜ ਨਹੀਂ ਸਕਦੇ ਕਦੇ ਵੀ, ਕਿਉਂਕਿ ਇਹ ਏਜੰਸੀਜ਼ ਦਾ ਕੰਮ ਹੈ ਜਿਹੜੇ ਸਾਡੇ 'ਚ ਡਿਫਰੈਂਸਿਸ ਪਾਉਣਾ ਚਾਹੁੰਦੀਆਂ ਨੇ ਵੀ ਕਲਾਕਾਰ ਤੁਹਾਡੇ ਨਾਲੋਂ ਅੱਡ ਨੇ। ਡੈਫੀਨੇਟਲੀ ਇਹ ਜਿਹੜੇ ਵਿੱਚ ਕਮੈਂਟ ਕਰਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਉਹਨਾਂ ਨੂੰ ਸੰਘਰਸ਼ ਨੂੰ ਐਂ ਲੱਗੇ ਵੀ ਇਹ ਕਲਾਕਾਰ ਹੁਣ ਅੱਡ ਹੋ ਗਏ ਜਾਂ ਕਲਾਕਾਰ ਉਹਨਾਂ ਨਾਲੋਂ ਜੇ ਕਲਾਕਾਰੀ ਸੰਘਰਸ਼ ਨਾਲੋਂ ਅੱਡ ਹੋ ਗਈ। ਨਾ, ਇਹ ਕਦੇ ਨਹੀਂ ਹੋਊਗਾ। ਅਸੀਂ ਪੰਜਾਬ ਦੇ ਜੰਮੇ, ਪੰਜਾਬੀ ਮਾਂ ਬੋਲੀ ਨੇ, ਪੰਜਾਬੀ ਨੇ, ਜਿਹੜੇ ਸਾਡੇ ਭੈਣ ਭਰਾਵਾਂ ਨੇ ਸਾਨੂੰ ਸਾਰਾ ਕੁਛ ਆ ਤਖਤੋਂ ਤਾਜ ਬਖਸ਼ਿਆ, ਉਹਨਾਂ ਕਰਕੇ ਅਸੀਂ ਇੱਥੇ ਬੈਠੇ ਹਾਂ। ਉਹ ਮੁੱਦਾ ਪਹਿਲਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹਨੂੰ ਛੇਤੀ ਛੇਤੀ ਨੇਪਰੇ ਚਾੜੇ, ਸਾਡੀ ਜਿੱਤ ਉਹ 'ਤੇ ਯਕੀਨੀ ਹੋਵੇ, ਕਿਉਂਕਿ ਹੁਣ ਤੱਕ 700 ਤੋਂ ਉੱਤੇ ਸ਼ਹਾਦਤਾਂ ਹੋ ਚੁੱਕੀਆਂ ਨੇ। ਅਸੀਂ ਕੱਲ੍ਹ ਟ੍ਰੇਲਰ ਪਾਉਣਾ ਸੀਗਾ ਸਾਰਿਆਂ ਨੇ, ਅਸੀਂ ਨਹੀਂ ਪਾਇਆ ਸੀਗਾ, ਅਸੀਂ ਬਿਲਕੁਲ ਨਹੀਂ ਪਾਉਣਾ, ਕੋਈ ਲੈਣਾ ਨਹੀਂ ਦੇਣਾ ਨਹੀਂ, ਕਿਉਂਕਿ ਉਹ ਲਖੀਮਪੁਰ ਵਾਲਾ ਹੋਇਆ ਜਿਹੜਾ ਕਾਂਡ ਹੈ ਨਾ ਜੀ, ਉਹ ਅਗਲੇ ਸੀਨ ਖਰਾਬ ਕਰਦਾ। ਇਹ ਤੇ ਕਰਮਜੀਤ ਅਨਮੋਲ ਦਾ ਦੋਨਾਂ ਦਾ ਇਹੀ ਕੰਮ ਹੈ। ਜਦੋਂ ਦੇਖ ਲੈਣ ਨਾ ਵੀ ਇਹ ਸੀਨ ਸਾਡਾ ਵਧੀਆ ਜਾ ਰਿਹਾ, ਉਹੀ ਉਹ ਡੀਸ ਲਾ ਦੂ ਕਿਸੇ ਦੀ ਐਂ ਤੁਰ ਕੇ, ਉਹ ਲੋਕ ਹੱਸ ਪੈਂਦੇ ਆ, ਉਧਰੋਂ ਮੋਮੈਂਟਮ ਟੁੱਟ ਜਾਂਦਾ, ਮੁੜ ਕੇ ਉਹ ਮੋਸ਼ਨ ਬਣਦਾ ਹੀ ਨਹੀਂ। ਫਿਰ ਜਾ ਕੇ ਜੋ ਪਰਦੇ ਦੇ ਪਿੱਛੇ ਉਹਦੇ ਗਾਲਾਂ ਪੈਂਦੀਆਂ ਕਰਦੇ, ਇਹ ਤਸੱਲੀ ਹੁੰਦੀ ਆ ਉਹਦੀ। ਪਰ ਕੀ ਦੱਸੀਏ, ਇੱਦਾਂ ਹੀ ਫਿਲਮ ਆਈ ਸੀ ਸਾਡੀ ਇੱਕ ਮੁੰਡੇ ਕਮਾਲ ਦੇ, ਐਡਾ ਵਧੀਆ ਇਮੋਸ਼ਨਲ ਮੈਂ ਸੀਨ ਕੀਤਾ, ਰੋ ਕੇ ਸੀਨ ਕੀਤਾ, ਐਨ ਮੌਕੇ ਤੇ ਕਲਾਈਮੈਕਸ ਤੇ ਸਾਹਮਣੇ ਹਾਸਾ ਕਢਾਤਾ। ਇਹੋ ਜਿਹੇ ਕੰਮ ਕਰਨ ਜੇ ਬੈਠ ਜਾਂਦੀ ਸੀ ਨਾ ਕੰਨ ਤੇ ਸਾਰਿਆਂ ਸਾਹਮਣੇ ਚਪੇਟ ਪੈਂਦੀ, ਤੈਨੂੰ ਬੈਠਣ ਦੇ ਰਹੇਗਾ, ਉਹ ਚੀਜ਼ਾਂ ਸਿਖਾਈਆਂ ਹੋਈਆਂ ਨੇ, ਐ ਬੈਠੇ ਰਹਿਣਾ। ਤੇ ਰਾਤ 'ਚ ਚਿਤਰੀ ਵਾਲੇ ਕੇਲੇ ਲੈ ਲਏ ਵੀ ਚਲੋ ਘਰੇ ਚੱਲੇ ਆ, ਬੱਚੇ ਕੇਲੇ ਖਾ ਲੈਣਗੇ। ਆਪ ਸੀਟ ਤੇ ਬਹਿ ਗਈ, ਨਾਲ ਦੇ ਇੱਕ ਪਾਸੇ ਕੇਲੇ ਰੱਖਤੇ, ਕੋਈ ਸਵਾਰੀ ਆਈ ਰੜ ਦੇਣੇ ਆ ਕੇ ਕੇਲਿਆਂ ਤੇ ਬਹਿ ਗਈ। ਹੁਣ ਫਿੱਸੇ ਹੋਏ ਕੇਲੇ ਨਾ ਭੂਆ ਲਿਆਉਣ ਜੋਗੀ ਨਾ ਸਿੱਟਣ ਜੋਗੀ, ਤੇ ਭੂਆ ਘਰੇ ਲੈ ਆਈ। ਜਦੋਂ ਜਾਣ ਲੱਗੀ ਭੂਆ ਦੇਖੇ ਸਾਰੇ ਜਵਾਕ ਕੌਲੀਆਂ ਦੇ ਵਿੱਚ ਪਾ ਕੇ ਚਮਚਿਆਂ ਨਾਲ ਖਾਣ। ਕਹਿੰਦੇ ਕੀ ਆ, ਕਹਿੰਦਾ ਭੂਆ ਤਰੀ ਵਾਲੇ ਕੇਲੇ ਲੈ ਕੇ ਐਂ ਕਰਕੇ ਮੋਟੂ ਮੈਨੂੰ ਕਿਤੇ ਉੱਤੇ ਹਾਸਾ ਆ ਜਾਂਦਾ। ਤੇ ਪਰ ਵੱਡੀ ਗੱਲ ਮੈਂ ਉਹਦੀ ਦੱਸਿਆ, ਭੱਲਾ ਸਾਹਿਬ ਵਰਗੀ ਟਾਈਮਿੰਗ, ਜਦੋਂ ਭੱਲਾ ਸਾਹਿਬ ਆ ਜਾਂਦੇ ਨੇ ਅਸੀਂ ਅੱਧੀ ਜੰਗ ਜਿੱਤ ਲੈਂਦੇ ਹਾਂ, ਹਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਵੇਖ ਰਹੇ ਹੋ ਸਿਨੇ ਪੰਜਾਬੀ ਤੇ ਗੱਲਾਂ ਅਨਲਿਮਿਟਿਡ ਦੇ ਵਿੱਚ ਸਾਡੇ ਨਾਲ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਸਿਲਵਰ ਸਕਰੀਨ ਤੇ ਵੇਖਣਾ ਸਾਨੂੰ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ। ਸੋ ਮੈਂ ਤੇ ਪੂਰੀ ਤਿਆਰੀ ਕਰ ਲਈ ਸੀ ਕਿ ਮੈਂ ਬਸ ਟਿਕਟਾਂ ਲੈਣੀਆਂ ਨੇ ਤੇ ਪਹੁੰਚ ਜਾਣਾ ਹੁਮਾ ਕੇ ਸਿਨੇਮਾ ਘਰ ਫਿਲਮ ਦੇਖਣ, ਬਟ ਅਨਫੋਰਚੂਨੇਟਲੀ ਪੂਰੀ ਗੱਲਬਾਤ ਮੈਂ ਇੱਥੇ ਕੰਪਲੀਟ ਨਹੀਂ ਕਰ ਸਕਦੀ ਨਾ। ਪਹਿਲੇ ਮੈਨੂੰ ਮਿਲਵਾਨ ਦਿਓ ਔਰ ਉਸ ਤੋਂ ਬਾਅਦ ਆਪਾਂ ਕਰਾਂਗੇ ਪੂਰੀ ਗੱਲਬਾਤ। ਸਾਡੇ ਨਾਲ ਨੇ ਸੀਮਾ ਕੌਸ਼ਲ ਮੈਮ, ਜਸਵਿੰਦਰ ਭੱਲਾ ਸਰ ਐਂਡ ਬੀਨੂ ਢਿੱਲੋਂ ਸਰ। ਸੋ ਬਹੁਤ ਬਹੁਤ ਸਵਾਗਤ ਹੈ ਐਂਡ ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਕੀ ਗੱਲ ਹੋ ਗਈ, ਪਹਿਲੇ ਤੁਸੀਂ ਕਹਿੰਦੇ ਸੀ ਕਿ ਗੰਦੀ ਔਲਾਦ ਮਜ਼ਾ ਨਾ ਸਵਾਦ, ਹੁਣ ਤੁਸੀਂ ਨਿਕੰਮੇ ਕਹਿ ਰਹੇ ਹੋ ਬੱਚਿਆਂ ਨੂੰ, ਮਤਲਬ ਹਮੇਸ਼ਾ ਕੁਝ ਨਾ ਕੁਝ ਕਹਿਣਾ ਜ਼ਰੂਰੀ ਹੈ। ਦੇਖੋ ਜੀ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੈ ਕਿ ਸਾਡੇ ਤਕੀਆ ਕਲਾਮ ਦੇ ਉੱਪਰ ਫਿਲਮ ਦਾ ਟਾਈਟਲ ਚੱਲ ਜਾਵੇ। ਕੀ ਬਾਤ ਹੈ। ਡੈਡੀ ਕੂਲ ਮੁੰਡਾ ਫੂਲ ਫਿਲਮ ਆਈ ਸੀ ਜਿਹਦਾ ਤਕੀਆ ਕਲਾਮ ਸੀ ਦੋ ਜੰਮੇ ਦੋਵੇਂ ਨਿਕੰਮੇ ਜੀ। ਇਸ ਫਿਲਮ ਦਾ ਨਾਮ ਪਹਿਲਾਂ ਕੁਛ ਹੋਰ ਸੋਚਿਆ ਸੀ,
ਜਦੋਂ ਫਿਲਮ ਦੀ ਨਰੇਸ਼ਨ ਹੋਈ ਸਾਡੇ ਕੋਲ, ਇਹਦਾ ਨਾਮ ਸੀ ਗੁਰਨਾਮ ਸਿੰਘ ਐਂਡ ਸੰਸ ਜਾਂ ਨਰਿੰਜਨ ਸਿੰਘ ਐਂਡ ਸੰਸ ਜੀ। ਉਸ ਤੋਂ ਬਾਅਦ ਜਿਹੜੇ ਪ੍ਰੋਡਿਊਸਰ ਸੀਗੇ ਬਵੇਜਾ ਜੀ, ਉਹ ਕਹਿੰਦੇ ਵੀ ਅਸੀਂ ਸਰਵੇ ਕਰਾਇਆ, 3 ਨਾਂ ਲਿਖ ਕੇ ਅਸੀਂ ਲੋਕਾਂ ਨੂੰ ਪੁੱਛਿਆ ਵੀ ਤੁਹਾਨੂੰ ਇਹਨਾਂ ਚੋਂ ਕਿਹੜਾ ਵਧੀਆ ਲੱਗਿਆ ਜੀ। ਇੱਕ ਜਿੰਨੇ ਜੰਮੇ ਸਾਰੇ ਨਿਕੰਮੇ, ਇੱਕ ਗੁਰਨਾਮ ਸਿੰਘ ਐਂਡ ਸਨ, ਨਰਿੰਜਨ ਸਿੰਘ ਐਂਡ ਸੰਸ। ਕਹਿੰਦਾ ਢਾਬਿਆਂ ਤੇ ਪੁੱਛਿਆ, ਸ਼ਹਿਰਾਂ 'ਚ ਪੁੱਛਿਆ, ਬੱਚਿਆਂ ਨੂੰ ਪੁੱਛਿਆ, ਸਾਰਿਆਂ ਨੂੰ ਪੁੱਛਿਆ, ਤੇ ਜਿੰਨੀਆਂ ਮੈਕਸਿਮਮ ਵੋਟਸ ਪਈਆਂ ਉਹ ਇਹਦੇ ਤੇ ਪਈਆਂ, ਜਿੰਨੇ ਜੰਮੇ ਸਾਰੇ ਨਿਕੰਮੇ ਜੀ। ਅਸੀਂ ਕਿਹਾ ਠੀਕ ਹੈ ਜੀ, ਜੇ ਪਬਲਿਕ ਦੀ ਇਹ ਡਿਮਾਂਡ ਆ ਤਾਂ ਇਹ ਨਾਂ ਰੱਖ ਲਓ। Right. ਤਾਂ ਇਹ ਨਾਮ ਰੱਖਿਆ ਗਿਆ। ਨਾਲੇ ਜਿੱਥੇ ਬਿੰਨੂ ਵਰਗੇ ਹੋਣ ਉੱਥੇ ਕੌਣ ਕਹਦੂ ਵੀ ਚੰਗੀ ਔਲਾਦ ਆ। ਸੋ ਜਿੰਨੇ ਜੰਮੇ ਸਾਰੇ ਨਿਕੰਮੇ ਜੀ। ਇਹ ਤੁਹਾਨੂੰ ਜੰਮੇ ਨਿਕੰਮਿਆਂ ਦਾ ਸਰਦਾਰ ਇਹ ਆ। ਪਹਿਲੇ ਨੰਬਰ ਤੇ ਮੇਰਾ ਪਲੇਠੀ ਦਾ ਪੁੱਤ ਇਹ ਹੈ ਜੀ ਫਿਲਮ ਦੇ ਵਿੱਚ। ਪਰ ਤੁਹਾਡੀ ਜਿਹੜੀ ਤੁਹਾਡੀ ਜੋੜੀ ਨੂੰ ਪਸੰਦ ਕਰਨਾ ਸ਼ੁਰੂ ਕੀਤਾ ਗਿਆ ਸੀ ਫਿਲਮ ਕੈਰੀ ਔਨ ਜੱਟਾ ਤੋਂ, ਉਹਦੇ ਵਿੱਚ ਵੀ ਤੁਸੀਂ ਸ਼ੱਕ ਕਰ ਰਹੇ ਹੋ ਇਹਨਾਂ ਤੇ ਹੁਣ ਤੇ ਮਤਲਬ ਜਿਹੜੀ ਨਿਊਜ਼ ਇਹਨਾਂ ਵੱਲੋਂ ਤੁਹਾਨੂੰ ਦਿੱਤੀ ਗਈ ਹੈ, ਮੈਨੂੰ ਲੱਗਦਾ ਕਿਸੇ ਵੀ ਇਸ ਏਜ ਦੇ ਬੱਚੇ ਦੇ ਲਈ ਐਕਸੈਪਟ ਕਰਨਾ ਬਹੁਤ ਔਖਾ ਹੈ ਕਿ ਮਤਲਬ ਇਹ ਕੀ ਹੋ ਗਿਆ ਹੈ ਨਾ। ਸੋ ਦੋਨੋਂ ਵਾਰੀ ਪਿਓ ਨੇ ਡਿਸਅਪੁਆਇੰਟ ਕੀਤਾ ਜਾਂ ਪਹਿਲੀ ਵਾਰੀ ਡਿਸਪੁਆਇੰਟ ਕੀਤਾ, ਪਰ ਇਸ ਵਾਰ ਅਸੀਂ ਤੁਹਾਡੀਆਂ ਸਾਰੀਆਂ ਜਿਹੜਾ ਇਹ ਇਸ਼ੂ ਹੈ, ਇਸ ਇਸ਼ੂ ਨੂੰ ਲੈ ਕੇ ਜੋ ਤੁਸੀਂ ਉਹਦੇ ਵਿੱਚ ਦੇਖੋਗੇ ਨਾ ਫਿਲਮ ਦੇ ਵਿੱਚ, ਤਾਂ ਤੁਹਾਡੀਆਂ ਅੱਖਾਂ ਭਰ ਆਉਣਗੀਆਂ। ਸੱਚੀ ਉਹ ਗੱਲ ਹੈ ਵੀ ਆਪਾਂ ਨਾ ਪੇਰੈਂਟਸ ਜਦੋਂ ਆਪਣੇ ਬੱਚੇ ਹੁੰਦੇ ਨੇ ਫਿਰ ਪਤਾ ਲੱਗਦਾ ਉਹਨਾਂ ਦੀ ਅਹਿਮੀਅਤ ਦਾ। ਤਾਂ ਇਹ ਫਿਲਮ ਇੱਕ ਬਹੁਤ ਹੀ ਪਿਆਰਾ ਜਿਹਾ ਮੈਸੇਜ ਲੈ ਕੇ ਆਊਗੀ, ਤੁਹਾਡੀਆਂ ਅੱਖਾਂ ਵੀ ਨਮ ਹੋਣਗੀਆਂ ਉਦੋਂ। ਤਾਂ ਮੇਰੇ ਖਿਆਲ 'ਚ ਉਹਨਾਂ ਨੇ ਬਹੁਤ ਵਧੀਆ ਡਿਸੀਜ਼ਨ ਲਿਆ। ਇਸ ਫਿਲਮ ਤੋਂ ਪਤਾ ਲੱਗਦਾ ਵੀ ਉਹਨਾਂ ਨੂੰ ਲੈਣਾ ਚਾਹੀਦਾ ਹੈ, ਕਿਉਂਕਿ ਪੈਸਿਆਂ ਪਿੱਛੇ ਲੱਗ ਕੇ ਦੌੜ 'ਚ ਅਸੀਂ ਸਾਰੇ ਜਾਣੇ ਆਪਣੇ ਕੀਮਤੀ ਮਾਂ-ਬਾਪ ਨੂੰ ਜਾਂ ਮਾਂ-ਬਾਪ ਬੱਚਿਆਂ ਨੂੰ ਭੁੱਲ ਜਾਂਦੇ ਨੇ। ਕਈਆਂ ਨੇ ਬੱਚੇ ਬਾਹਰ ਭੇਜਦੇ ਤਾਂ ਉਹ ਡਾਲਰਾਂ ਵਾਲੇ ਚੱਕਰ 'ਚ ਡਾਲਰਾਂ ਨਾਲੋਂ ਕੀਮਤੀ ਆਪਣੀ ਔਲਾਦ ਉਹਨਾਂ ਨੇ ਖੋਤੀ ਹੈ ਨਾ, ਕਿਉਂਕਿ ਬਹੁਤ ਲੰਮਾ ਉਹ ਹੋ ਜਾਂਦਾ ਹੈ ਨਾ ਜੀ, ਵਕਫਾ ਉਹਨਾਂ ਗਿਆ ਪੈ ਜਾਂਦਾ ਜੀ। ਐਂ ਸਭ ਤੋਂ ਕੀਮਤੀ ਅਸੀਂ ਆਪਣੀ ਲਾਈਫ ਸੈੱਟ ਕਰਨ ਵਾਲੇ ਚੱਕਰ 'ਚ ਆਪਣੀਆਂ ਵਾਈਫਸ ਦੇ ਨਾਲ ਆਈਸੋਲੇਟ ਫੈਮਲੀਜ਼ ਹੋ ਗਈਆਂ, ਤਾਂ ਉਹ ਕਿਤੇ ਨਾ ਕਿਤੇ ਜਿਨ੍ਹਾਂ ਦੇ ਜਦੋਂ ਆਪਣੇ ਬੱਚੇ ਜੰਮਦੇ ਆ ਫਿਰ ਤੁਹਾਨੂੰ ਵੈਲਿਊਜ਼ ਪਤਾ ਲੱਗਦੀਆਂ ਨੇ। ਉਹ ਮੇਰੇ ਮਾਂ-ਬਾਪ ਨੇ ਵੀ ਯਾਰ ਇੱਦਾਂ ਹੀ ਕੀਤਾ ਸੀ, ਮੈਨੂੰ ਇੱਦਾਂ ਹੀ ਪਾਲਿਆ ਸੀ, ਉਹਨਾਂ ਨੂੰ ਐਕਸਪੈਕਟੇਸ਼ਨ ਸਾਡੇ ਤੋਂ ਕੀ ਨੇ। ਤਾਂ ਉਹ ਵਕਫਾ ਜਿਹੜਾ ਐਡਾ ਸਾਰਾ ਲੰਮਾ ਵਕਫਾ ਹੁੰਦਾ, ਤੁਹਾਡਾ ਮੁੜ ਕੇ ਬੈਕ ਉੱਥੇ ਜਾਣਾ, ਉਹਨਾਂ ਨੂੰ ਫਿਰ ਉਹਨਾਂ ਨੂੰ ਆਦਰ ਮਾਣ ਸਤਿਕਾਰ ਦੇਣਾ, ਉਹ ਚੀਜ਼ਾਂ ਦੀ ਐਕਸੈਪਟੈਂਸ, ਤਾਂ ਉਹ ਫਿਲਮ ਦੇ ਵਿੱਚ ਦੇਖ ਕੇ ਤੁਹਾਨੂੰ ਕਮਾਲ ਲੱਗੂਗੀ। ਮੈਂ ਕਹਿੰਦਾ ਸਭ ਤੋਂ ਸਹੀ ਉਹ ਇੱਕ ਦਿਸ਼ਾ ਦੇਣ ਵਾਲਾ ਉਹ ਬੱਚਿਆਂ, ਮੈਂ ਕਹਿੰਦਾ ਕੰਨ ਮਰੋੜਿਆ ਬੜੇ ਵਧੀਆ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਵੀ ਇੰਨੀ ਅਹਿਮੀਅਤ ਜਿਹੜੀ ਮਾਂ-ਬਾਪ ਨੂੰ ਦੇਣੀ ਚਾਹੀਦੀ ਹੈ, ਉਹ ਅਸੀਂ ਆਪਣੀ ਲਾਈਫ ਸੈੱਟ ਕਰਨ ਦੇ ਵਾਲੇ ਚੱਕਰ 'ਚ ਉਹ ਵੈਲਿਊਜ਼ ਖੋਤੀਆਂ ਹੋਈਆਂ ਨੇ। ਉਹ ਸਾਰਿਆਂ ਦੀਆਂ ਅੱਖਾਂ ਨਮ ਹੋਣਗੀਆਂ ਉਹ ਫਿਲਮ ਦੇਖ ਕੇ, ਇਹ ਜਿਹੜੀ ਸਾਡੀ ਹੁਣ ਆ ਰਹੀ ਹੈ। ਐਂਡ ਪਰ ਅਫਸੋਸ ਇਸ ਚੀਜ਼ ਦਾ ਵੀ ਇਹ ਫਿਲਮ ਅਸੀਂ ਸਿਨੇਮਾ ਘਰਾਂ ਵਿੱਚ ਲਾਉਣਾ ਚਾਹੁੰਦੇ ਸੀਗੇ, ਨਹੀਂ ਲੱਗੀ ਜੀ। ਹਾਂਜੀ, ਵੱਡੇ ਘਰਾਣਿਆਂ ਨੇ ਖਰੀਦ ਕੇ ਦੂਜੇ ਪਾਸੇ ਲਾਤੀ ਜੀ। ਬਿਲਕੁਲ। ਸੋ ਮੈਮ ਤੁਹਾਨੂੰ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਸਵਿੰਦਰ ਭੱਲਾ ਜੀ ਨਾਲ, ਬੀਨੂ ਜੀ ਨਾਲ ਤੁਸੀਂ ਸਕਰੀਨ ਸਾਂਝੀ ਕਰ ਰਹੇ ਹੋ, ਬਾਕੀ ਜਿੰਨੇ ਵੀ ਨੇ ਨਵੇਂ ਕਲਾਕਾਰ ਨੇ, ਹੈ ਨਾ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਔਨ ਸਕਰੀਨ ਗੱਲ ਕਰੀਏ, ਆਫ ਸਕਰੀਨ ਗੱਲ ਕਰੀਏ, ਕਿ ਬੀਨੂ ਜੀ ਨਿਕੰਮੇ ਕਿੰਨੇ ਨੇ ਤੇ ਹੋਣਹਾਰ ਕਿੰਨੇ ਨੇ ਜੇਕਰ ਔਲਾਦ ਦੀ ਗੱਲ ਕੀਤੀ ਜਾਵੇ? ਨਹੀਂ, ਬੀਨੂ ਜੀ ਨਿਕੰਮੇ ਕਿਤੇ ਵੀ ਨਹੀਂ, ਹੋਣਹਾਰ ਹੀ ਹੈ। ਉਹ ਫਿਲਮ ਦੇ ਵਿੱਚ ਵੀ ਮੇਰਾ ਪਲੇਠੀ ਦਾ ਪੁੱਤ ਹੈ, ਪਰ ਨਿਕੰਮਾ ਨਹੀਂ ਹੈ ਜੀ। ਉਹ ਫਿਲਮ ਹੀ ਤੁਹਾਨੂੰ ਦੱਸੂਗੀ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੀਆਂ ਕੁਛ ਇਹੋ ਜਿਹੇ ਰੁਝੇਵੇਂ ਹੋ ਜਾਂਦੇ ਹੈ, ਉਹਨਾਂ ਦੀਆਂ ਵੀ ਕੁਛ ਮਜਬੂਰੀਆਂ ਹੋ ਜਾਂਦੀਆਂ ਨੇ, ਤੇ ਉਹ ਮਾਂ-ਬਾਪ ਨੂੰ ਸਮਾਂ ਨਹੀਂ ਦੇ ਪਾਉਂਦੇ। ਪਰ ਮਾਂ-ਬਾਪ ਆਪਣੀ ਜਗ੍ਹਾ 'ਤੇ ਖੜੇ ਹੈ ਕਿ ਵੀ ਅਸੀਂ 4-4 ਜੰਮੇ ਹੈ, ਤੇ ਸਾਡੇ ਲਈ ਥੋੜ੍ਹਾ ਬਹੁਤ ਤਾਂ ਸਮਾਂ ਹੋਵੇ, ਵੀ ਇਹ ਸਾਨੂੰ ਵਕਤ ਹੀ ਨਹੀਂ ਦਿੰਦੇ। ਸਾਡੀ ਵੀ ਇੱਕ ਛੋਟੀ ਜਿਹੀ ਸ਼ਿਕਾਇਤ ਹੈ, ਪਰ ਦਿਲੋਂ ਸਾਡਾ ਵੀ ਇਹਨਾਂ ਨਾਲ ਲਗਾਓ ਹੈ, ਪਿਆਰ ਹੈ, ਤੇ ਸਾਡਾ ਧਿਆਨ ਵੀ ਰੱਖਦੇ ਨੇ। ਪਰ ਜੋ ਰੱਖਣਾ ਚਾਹੀਦਾ ਜਾਂ ਅਸੀਂ ਚਾਹੁੰਦੇ ਹਾਂ, ਉਹ ਥੋੜ੍ਹਾ ਕਿਸੇ ਨਾ ਕਿਸੇ ਜਗ੍ਹਾ 'ਤੇ ਅਧੂਰਾ ਰਹਿ ਜਾਂਦਾ ਹੈ। ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇੰਡੀਅਨ ਮਦਰਸ ਦੀ ਤਰ੍ਹਾਂ ਜੀ ਇਹ ਵੀ ਬਸ ਪੁੱਛੇ ਹੀ ਪਾਉਂਦੇ ਆ, ਯਾਨੀ ਔਲਾਦ ਨੂੰ ਮਾੜਾ ਨਹੀਂ ਕਹਿ ਸਕਦੀ। ਜੀ ਜੀ, ਬਿਲਕੁਲ। ਅੰਦਰ ਚਾਹੇ ਕੁਝ ਵੀ ਹੋਵੇ, ਕੋਸ ਨਹੀਂ ਸਕਦੀ ਆਪਣੀ। ਬਿਲਕੁਲ ਬਿਲਕੁਲ। ਹਾਂ, ਕਿਉਂਕਿ ਫਿਰ ਮੈਂ ਇਹ ਆ ਕਿਤੇ ਨਾ ਕਿਤੇ ਫਿਲਮ ਦੇ ਵਿੱਚ ਵੀ ਮੇਰਾ ਇਹੀ ਹੈ ਜੋ ਮੈਂ ਹੁਣ ਬੋਲ ਰਹੀ ਹਾਂ। ਫਿਲਮ ਦੇ ਵਿੱਚ ਵੀ ਮੈਂ ਇਹਨਾਂ ਨੂੰ ਇਹੀ ਸਮਝਾਉਂਦੀ ਰਹਿੰਦੀ ਹਾਂ ਵੀ ਇਹਨਾਂ ਦੀ ਕੋਈ ਮਜਬੂਰੀ ਹੋ, ਮੈਂ ਉੱਥੇ ਵੀ ਨਹੀਂ ਮੰਨਦੀ, ਤੇ ਹੁਣ ਤੁਹਾਡਾ ਸਵਾਲ ਹੈ ਤਾਂ ਵੀ ਮੈਂ ਮੰਨਦੀ ਨਹੀਂ। ਮੇਰੇ ਪੁੱਤ ਨਿਕੰਮੇ ਨੇ। ਅੱਜ ਤੇਰੇ ਪੁੱਤ ਨੇ ਆਉਣਾ ਸੀ, ਆਇਆ ਕਿਉਂ ਜੀ? ਬਿਜ਼ੀ ਹੋਣਾ, ਬਿਜ਼ੀ ਸਾਲੇ ਨੇ ਇੰਜਣ ਖੋਲਿਆ ਹੈ, ਬਿਜ਼ੀ ਹੋਣਾ ਜੀ। ਸਰ ਤੁਹਾਡੇ ਕੋਲੋਂ ਮੈਂ ਜ਼ਰੂਰ ਜਾਣਨਾ ਚਾਹਾਂਗੀ, ਫਿਲਮ ਦੇ ਵਿੱਚ ਤੁਸੀਂ ਪਹਿਲੇ ਵੀ ਜ਼ਿਕਰ ਕਰ ਰਹੇ ਸੀ, ਕਿਉਂਕਿ ਬੀਨੂ ਸਰ ਕਹਿ ਰਹੇ ਸੀਗੇ ਕਿ ਮਤਲਬ ਅਸੀਂ ਦੇਖਿਆ ਟ੍ਰੇਲਰ ਦੇ ਵਿੱਚ ਕਿ ਜਦੋਂ ਤੁਹਾਡੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ ਤੇ ਇਹ ਕੋਸ਼ਿਸ਼ ਕਰਦੇ ਨੇ ਸਮਹਾਓ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਗਨੋਰ ਕਰਨ ਦੀ ਜਾਂ ਉਸਦੇ ਅਗੇਂਸਟ ਜਾਂਦੀ ਹੈ ਨਾ। ਤੇ ਤੁਸੀਂ ਕਹਿ ਰਹੇ ਸੀ ਵੀ ਆਫ ਸਕਰੀਨ ਵੀ ਜਦੋਂ ਸ਼ੂਟ ਡਨ ਹੋ ਜਾਂਦਾ ਸੀ ਇੱਦਾਂ ਦਾ ਹੀ ਇਹਨਾਂ ਦਾ ਬਿਹੇਵ ਰਹਿੰਦਾ ਸੀਗਾ ਉੱਥੇ। ਇਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਸੀ ਤੁਹਾਡਾ ਆਪਸ 'ਚ ਬਹਿਣਾ ਜਾਂ ਕੁਝ ਵੀ ਖੜਨਾ। ਇਸ ਫਿਲਮ ਦੇ ਵਿੱਚ ਚਾਰੇ ਭਰਾਵਾਂ ਦਾ ਇਹੀ ਜ਼ੋਰ ਲੱਗਿਆ ਹੁੰਦਾ ਵੀ ਅਸੀਂ ਮਾਂ-ਬਾਪ ਇਕੱਠੇ ਨਹੀਂ ਹੋਣ ਦੇਣੇ।
ਮਤਲਬ ਆਫ ਕੈਮਰਾ ਵੀ ਇਹ ਜ਼ੋਰ ਇੰਨਾ ਆਫ ਕੈਮਰਾ ਇਹ ਕੱਲਾ ਨੂੰ ਲੈਕ ਸੀ। ਹੁਣ ਜੇ ਇੱਕ ਸੀਨ ਹੈ, ਸੀਮਾ ਜੀ ਦਾ ਹੱਥ ਫੜ ਕੇ ਅਸੀਂ ਜਾ ਰਹੇ ਹਾਂ, ਦੋਨੋਂ ਬੈਡਰੂਮ ਨੂੰ ਜਾ ਰਹੇ ਹਾਂ, ਸੌਣ ਜਾ ਰਹੇ ਹਾਂ ਜੀ, ਤਾਂ ਉਦੋਂ ਬਾਅਦ ਇਹਨੇ ਆਉਣਾ ਪਿੱਛੇ ਦੀ ਤੇ ਅਸੀਂ ਤੁਰੇ ਜਾਂਦੇ ਹਾਂ ਤੇ ਇਹਨੇ ਆ ਕੇ ਇਧਰੋਂ ਮੇਰਾ ਬਾਂਹ ਫੜ ਲੈਣੀ ਹੈ, ਇਧਰੋਂ ਦੀ ਫੜੇ ਐ ਅਲੱਗ-ਅਲੱਗ ਕਰਕੇ ਐਂ ਛੱਡ 5 ਮਿੰਟ ਹੋ ਗਏ ਡਾਇਰੈਕਟਰ ਨੇ ਕੱਟ ਕੀਤੇ ਨੂੰ, ਹੁਣ ਕਾਹਦੇ ਲਈ ਹੱਥ ਫੜਿਆ? ਇਹੋ ਜਿਹੇ ਪੁੱਠੇ ਕੰਮ ਕਰਦਾ ਨੇ। ਐਡਾ ਐਮਬੈਰਸ ਕਰਦਾ ਹੁੰਦਾ ਸੀ ਨਾ ਉੱਥੇ ਕਿ ਸਾਡੇ ਦਿਲ 'ਚ ਕੋਈ ਗੱਲ ਨਹੀਂ ਵੀ ਹੁੰਦੀ ਸੀ, ਪਰ ਤਾਂ ਵੀ ਮੱਲੋ ਮੱਲੀ ਪਾ ਦਿੰਦਾ ਸੀ। ਮਤਲਬ ਕਿਉਂ ਬੇਨੂ ਜੀ, ਕਿਉਂ ਨਹੀਂ ਬਰਦਾਸ਼ਤ ਸੀ ਤੁਹਾਨੂੰ ਇਹਨਾਂ ਦਾ ਪਿਆਰ, ਇਹਨਾਂ ਦੀ ਮੁਹੱਬਤ? ਮੈਨੂੰ ਨਹੀਂ ਵਧੀਆ ਲੱਗਦਾ ਕਿਉਂਕਿ ਮੈਨੂੰ ਨਹੀਂ ਨਾ ਮਿਲਿਆ। ਮੇਰੇ ਡੈਡੀ ਨੂੰ ਕਿਉਂ ਮਿਲੇ ਪਿਆਰ? ਤੁਹਾਡੇ ਤੇ ਇਲਜ਼ਾਮ ਹੈ, ਜੀ ਤੁਹਾਡੇ ਤੇ ਇਲਜ਼ਾਮ ਹੈ ਕਿ ਇਸ ਫਿਲਮ ਦੇ ਵਿੱਚ ਤੁਸੀਂ ਜਿਨ੍ਹਾਂ ਦੇ ਨਾਲ ਕੈਮਿਸਟਰੀ ਸ਼ੇਅਰ ਕਰ ਰਹੇ ਹੋ, ਹਾਂਜੀ। ਉਹ ਕਹਿ ਰਹੇ ਨੇ ਵੀ ਤੁਸੀਂ ਉਹਨਾਂ ਨੂੰ ਸੀਨ ਕਰਨ ਹੀ ਨਹੀਂ ਸੀ ਦਿੰਦੇ। ਤੁਹਾਡੇ ਤੇ ਬਹੁਤ ਸਾਰੇ ਇਲਜ਼ਾਮ ਹੈ। ਸੀਮਾ ਮੈਮ ਵੀ ਚਾਹੁੰਦੇ ਸੀ ਵੀ ਉਹ ਆਪਣੇ ਸੀਨ ਨੂੰ ਹੋਰ ਇੰਟੈਂਸ ਵੇ ਦੇ ਨਾਲ, ਹੋਰ ਇਮੋਸ਼ਨਲ ਹੋ ਕੇ ਕਰਨ, ਤੁਸੀਂ ਇਹਨਾਂ ਨੂੰ ਵੀ ਨਹੀਂ ਸੀ ਕੰਮ ਨਹੀਂ ਦੇਖੋ ਮੈਨੂੰ ਐ ਹੁੰਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ ਨਾ ਵੀ ਇਹ ਵਧੀਆ ਕਰ ਰਹੇ ਨੇ, ਸੀਨ ਬਹੁਤ ਵਧੀਆ ਨਿਕਲ ਤਾਂ ਹੀ ਅੱਗੇ ਆ ਗਏ। ਹਸਾਉਂਦਾ ਸੀ ਵਿੱਚ ਗੱਲ ਉਲਟੀ ਸਿੱਧੀ ਜੀ ਤੁਸੀਂ ਐਂ ਦੱਸੋ। ਮੁੜ ਕੇ ਸਾਲਾ ਮੋਮੈਂਟਮ ਨਹੀਂ ਬਣਦਾ ਸੀ। ਹਸਾਉਣਾ ਮਾੜੀ ਗੱਲ ਹੈ, ਚੰਗੀ ਗੱਲ ਹੈ। ਅਗਲੇ ਸੀਨ ਖਰਾਬ ਕਰ ਦਿੰਦਾ। ਇਹ ਤੇ ਕਰਮਜੀਤ ਅਨਮੋਲ ਦਾ ਦੋਨਾਂ ਦਾ ਇਹੀ ਕੰਮ ਹੈ। ਜਦੋਂ ਦੇਖ ਲੈਣ ਨਾ ਵੀ ਇਹ ਸੀਨ ਸਾਲਾ ਵਧੀਆ ਜਾ ਰਿਹਾ, ਉਹੀ ਉਹ ਡੀਸ ਲਾ ਦੂ ਕਿਸੇ ਦੀ ਐਂ ਤੁਰ ਕੇ, ਉਹ ਲੋਕ ਹੱਸ ਪੈਂਦੇ ਆ, ਉਧਰੋਂ ਮੋਮੈਂਟਮ ਟੁੱਟ ਜਾਂਦਾ, ਮੁੜ ਕੇ ਉਹ ਮੋਸ਼ਨ ਬਣਦਾ ਹੀ ਨਹੀਂ। ਫਿਰ ਜਾ ਕੇ ਜੋ ਪਰਦੇ ਦੇ ਪਿੱਛੇ ਉਹਦੇ ਗਾਲਾਂ ਪੈਂਦੀਆਂ ਕਰਮਜੀਤ ਦੇ, ਫਿਰ ਤਸੱਲੀ ਹੁੰਦੀ ਆ ਉਹਦੀ। ਪਰ ਉਹ ਕੀ ਦੱਸੀਏ, ਇਦਾਂ ਹੀ ਫਿਲਮ ਆਈ ਸੀ ਸਾਡੀ ਇੱਕ ਮੁੰਡੇ ਕਮਾਲ ਦੇ, ਐਡਾ ਵਧੀਆ ਇਮੋਸ਼ਨਲ ਮੈਂ ਸੀਨ ਕੀਤਾ, ਰੋ ਕੇ ਸੀਨ ਕੀਤਾ, ਐਨ ਮੌਕੇ ਤੇ ਕਲਾਈਮੈਕਸ ਦੇ ਸਾਹਮਣੇ ਹਾਸਾ ਕਢਾਤਾ। ਇਹੋ ਜਿਹੇ ਕੰਮ ਕਰਨ ਦੀ ਕਰਦਾ। ਰੀਟੇਕ ਹੋਇਆ, ਰੀਟੇਕ ਕੀਤਾ ਤਾਂ ਮੁੜ ਕੇ ਉਹ ਗੱਲ ਹੀ ਨਹੀਂ ਬਣੀ। ਇਹੀ ਕੰਮ ਇਹ ਕਰਦਾ, ਕੀ ਕਰੇ? ਫਿਰ ਮੈਂ ਕਹਾ ਨਾ ਵੀ ਜਿੰਨੇ ਜੰਮੇ ਸਾਰੇ ਨਿਕਲ। ਬਿਲਕੁਲ ਪਰਫੈਕਟ, ਪਰ ਇੱਥੇ ਫਿਰ ਵੀ ਉਹ ਗੱਲ ਨਹੀਂ ਆਣੀ ਹੈ ਨਾ, ਇਹਨਾਂ ਨੇ ਇਹੀ ਕਹਿਣਾ ਦੇਖੋ ਦੰਦ ਦੇਖੋ ਕਿਵੇਂ ਕੱਢਦੇ, ਇਦਾਂ ਖੁਸ਼ ਰਹਿਣਾ ਚਾਹੀਦਾ ਲਾਈਫ 'ਚ ਨਾ। ਮੈਨੂੰ ਤਾਂ ਹੁੰਦਾ ਮੈਂ ਦੇਖੋ ਬੱਚਿਆਂ ਦਾ ਮਤਲਬ, ਬੱਚਿਆਂ ਦਾ ਫਰਜ਼ ਕੀ ਬਣਦਾ? ਪੇਰੈਂਟਸ ਨੂੰ ਖੁਸ਼ ਰੱਖਣ। ਖੁਸ਼ ਨੇ, ਬਹੁਤ ਖੁਸ਼ ਨੇ। ਮਤਲਬ ਜਿਹੜਾ ਇਹਨਾਂ ਨੇ ਜੈਸਚਰ ਦੇਣਾ ਨਾ, ਇਹ ਬੋਲਦੇ ਕੁਝ ਨਹੀਂ ਸੀ। ਹਾਂ ਬਸ ਗਰਦਨ ਨਹੀਂ ਘਮਾਉਂਦੇ ਸੀ, ਕੋਈ ਗੱਲ ਹੋਵੇ ਨਾ ਐਂ ਜੇ ਦੇਖਣਾ, ਜਦੋਂ ਦੇਖਣਾ ਵੀ ਅਸੀਂ ਤੁਰੇ ਆਉਨੇ ਆਏ ਤੁਰੇ ਬਸ ਐਂ ਇੱਕੋ ਦਮ ਐਂ ਗਰਦਨ ਜੀ ਘਮਾ ਕੇ ਅੱਖਾਂ ਜੀ ਕੱਢ ਲੈਣੀ, ਸਾਡਾ ਹੱਥ ਨਿਕਲ ਜਾਣਾ। ਮੇਰਾ ਮੇਕਅਪ ਦੁਬਾਰਾ ਹੁੰਦਾ, ਮੇਰੇ ਤਾਂ ਅੱਖਾਂ 'ਚੋਂ ਆਂਸੂ ਆ ਜਾਣੇ, ਫਿਰ ਮੈਨੂੰ ਦੇਖ ਕੇ ਇਧਰੋਂ ਪੱਚੀ ਓਕੇ, ਇੱਕ ਇਲਜ਼ਾਮ ਹੋ ਰਿਹਾ ਹੈ ਕਿ ਜਦੋਂ ਸੀਨ ਓਕੇ ਹੋਣ ਲੱਗਦਾ ਸੀਗਾ, ਤੁਹਾਡੇ ਦੋਨਾਂ ਦੀ ਇੰਪਰੋਵਾਈਜ਼ੇਸ਼ਨ ਕਰਕੇ ਅੱਧਾ ਪੌਣਾ 40 ਮਿੰਟ ਘੰਟੇ ਅੱਧਾ ਲੱਗ ਜਾਂਦਾ ਸੀਗਾ, ਔਰ ਜਿਹੜਾ ਕੈਮਰਾਮੈਨ ਡੀਓਪੀ ਉੱਤੇ ਚੜਿਆ ਹੁੰਦਾ ਸੀ ਕ੍ਰੇਨ ਤੇ, ਉਹ ਵਿਚਾਰਾ ਬੈਠਿਆ ਨੁੱਚੜ ਜਾਂਦਾ ਸੀਗਾ। ਪਰ ਉਹ ਵੀ ਇੰਜੋਏ ਕਰਦਾ ਸੀ, ਕਹਿੰਦਾ ਕਮਾਲ ਹੈ, ਵੈਰੀ ਗੁੱਡ। ਚੜਨ ਵਾਲੀ ਗੱਲ ਗਲਤ ਹੈ। ਸਾਰੀ ਫਿਲਮ ਸਰਦੀ 'ਚ ਹੋਈ ਹੈ, ਗਰਮੀ ਨਹੀਂ ਹੁੰਦੀ ਸੀ। ਅੱਛਾ, ਮਾਰਚ 'ਚ ਹੋਣੀ ਸੀ ਪਰ ਦਸੰਬਰ 'ਚ ਹੋਈ ਹੈ। ਸੋ ਕੁੰਗੜ ਜਾਂਦਾ ਹੋਣਾ ਹੈ, ਕੁੰਗੜ ਜਾਂਦਾ ਹੋਣਾ। ਅੱਛਾ ਸਰ, ਵੈਸੇ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਾਂਗੀ, ਔਨ ਸਕਰੀਨ ਔਲਾਦ ਦੀ ਜੇ ਆਪਾਂ ਗੱਲ ਕਰੀਏ ਤੇ ਡੈਫੀਨਿਟਲੀ ਹਰ ਬੰਦਾ ਕਿਰਦਾਰ ਦੇ ਵਿੱਚ ਹੁੰਦਾ, ਪਰ ਜੇ ਆਪਣੇ ਹੀ ਬੱਚੇ ਦੇ ਨਾਲ ਸਕਰੀਨ ਸ਼ੇਅਰ ਕਰਨੀ ਹੈ, ਤੁਹਾਡੇ ਬੇਟੇ ਬਣੇ ਨੇ ਪੁਖਰਾਜ ਇਸ ਫਿਲਮ ਦੇ ਵਿੱਚ, ਕਿ ਆਪਣਾ ਸੀਨ, ਆਪਣਾ ਇਮੋਸ਼ਨ ਡਿਲੀਵਰ ਕਰਨ ਦੇ ਨਾਲ ਇਹ ਕਿੰਨਾ ਕੁ ਡਿਫਿਕਲਟ ਹੁੰਦਾ ਵੇਖਣਾ ਕਿ ਉਹ ਵੀ ਮੇਰੇ ਐਕਸ਼ਨ ਦਾ ਰਿਐਕਸ਼ਨ ਬਰਾਬਰ ਦੇ ਪਾ ਰਿਹਾ ਜਾਂ ਨਹੀਂ? ਉਹ ਮੈਂ ਕਈ ਮੂਵੀਜ਼ ਦੇ ਵਿੱਚ ਉਹਦੇ ਨਾਲ ਹੈਗਾ ਜੀ, ਪਰ ਸਾਡੀ ਡਾਇਰੈਕਟ ਇੰਟਰੈਕਸ਼ਨ ਵੈਰੀ ਰੇਅਰ ਸੀ ਜੀ। ਵੀ ਜਿਵੇਂ ਗੋਲ ਕਬੂਗਨੀ ਬੈਂਕ ਤੇ ਬਟੂਆ ਮੇਰਾ ਅਲੱਗ ਟਰੈਕ ਸੀ, ਉਹਦਾ ਅਲੱਗ ਟਰੈਕ ਸੀ। ਇਸੇ ਤਰ੍ਹਾਂ ਫਿਲਮ ਉਹਦੀ ਸਭ ਤੋਂ ਪਹਿਲਾਂ ਸਟੂਪਿਡ 7 ਆਈ ਸੀ, ਉਹਦੇ ਵਿੱਚ ਉਹਦਾ ਅਲੱਗ ਸੀ, ਮੇਰਾ ਅਲੱਗ ਸੀ, ਇੱਕ ਅੱਧੇ ਸੀਨ 'ਚ ਕਿਤੇ ਇਕੱਠੇ ਹੋ ਗਏ। ਪਰ ਇਸ ਦੇ ਵਿੱਚ ਜਿੰਨੇ ਚਾਰੇ ਪੁੱਤ ਨੇ ਉਹਨਾਂ ਦੀ ਇੰਟਰੈਕਸ਼ਨ ਮੇਰੇ ਨਾਲ, ਓਕੇ, ਔਰ ਜਿੰਨੀ ਟਾਈਮਿੰਗ ਬਿੰਨੂ ਉਹਨਾਂ ਦੀ ਅੱਛੀ ਆ, ਉਨੀ ਹੈ ਬਾਕੀ ਚਾਰਾਂ ਦੀ। ਵਾਓ, ਉਹਨਾਂ ਨੇ ਪ੍ਰੋਪਰ ਕੀਤੀ ਆ। ਜੇ ਉਹਨਾਂ ਨੇ ਰਿਐਕਸ਼ਨ ਦੇਣਾ ਤੇ ਉਹ ਚਾਰਾਂ ਨੇ ਐਂ ਗਰਦਨ ਘੁਮਾ ਲੈਣੀ ਇੱਕਦਮ, ਉਦੋਂ ਹੀ ਹਾਸਾ ਨਿਕਲ ਜਾਂਦਾ ਦੇਖ ਕੇ ਵੀ ਇਹ ਚਾਰੇ ਰਿਐਕਟ ਕਰ ਰਹੇ ਨੇ। ਸੋ ਤੁਸੀਂ ਫਿਲਮ ਦੇਖੋਗੇ ਤੇ ਤੁਹਾਨੂੰ ਉਹਦੇ 'ਚ ਲੱਗੇਗਾ ਨਹੀਂ ਬਈ ਇਹਦੇ ਵਿੱਚ ਕੋਈ ਕਿਰਦਾਰ ਨੀਵਾਂ ਵੀ ਰਿਹਾ ਜੀ। ਸਭ ਨੇ ਇੰਨਾ ਵਧੀਆ ਰੋਲ ਕੀਤਾ ਆਪੋ ਆਪਣਾ, ਔਰ ਮਜ਼ਾ ਆ ਗਿਆ ਫਿਲਮ ਬਣਾਉਂਦੇ। ਔਰ ਅਸੀਂ ਫਿਲਮ ਦੇਖਦੇ ਹੀ ਬਣਾਉਂਦੇ ਹੀ ਕਹਿ ਰਹੇ ਸੀ ਵੀ ਇਹ ਦਰਸ਼ਕਾਂ ਦੀ ਕਸੌਟੀ ਤੇ ਖਰੀ ਉਤਰੂਗੀ। ਕਿਆ ਬਾਤ ਹੈ, ਟ੍ਰੇਲਰ ਦੇਖ ਕੇ ਸਾਰੇ ਬਹੁਤ ਖੁਸ਼ ਨੇ। ਸਰ, ਸਾਡੇ ਲੋਕਾਂ ਦੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਇੱਕ ਪ੍ਰੋਬਲਮ ਹੈ, ਰਿਲੇਟ ਬਹੁਤ ਕਰਦੇ ਨੇ ਚੀਜ਼ ਨੂੰ। ਟ੍ਰੇਲਰ ਆਉਂਦਾ ਹੀ ਤੁਸੀਂ ਤਾਂ ਗੱਲ ਕੀਤੀ ਨਾਰਮਲੀ ਕਿ ਵਧਾਈ ਹੋ ਫਿਲਮ ਦੀ, ਲੇਕਿਨ ਲੋਕੀ ਸੱਚ ਦੇ ਵਿੱਚ ਇਹਨੂੰ ਇੱਕ ਮਤਲਬ ਮਿਲਾਨ ਲੱਗ ਗਏ ਕਿ ਹਾਂ ਇਹ ਤੇ ਉਵੇਂ ਦੀ ਫਿਲਮ ਹੈ, ਇਹ ਤੇ ਉਹ ਤੋਂ ਹੀ ਇਨਸਪਾਇਰ ਹੋਈ ਹੈ, ਜਦ ਕਿ ਤੁਹਾਡਾ ਟੀਮ ਵਰਕ ਅਲੱਗ ਹੈ, ਤੁਹਾਡੀ ਟੀਮ ਹੀ ਬੇਸਿਕਲੀ ਅਲੱਗ ਹੈ। ਸਰ, ਮੈਂ ਇਹ ਪੁੱਛਣਾ ਚਾਹਨੀ ਆ, ਇੱਕ ਕਲਾਕਾਰ ਨੂੰ ਆਈ ਐਮ ਸ਼ੋਰ ਬੜੀ ਤਕਲੀਫ ਹੁੰਦੀ ਹੈ, ਕਿਉਂਕਿ ਇੱਕ ਕਲਾਕਾਰ ਦਾ ਕੰਮ ਸਿਰਫ ਅਦਾਕਾਰੀ ਕਰਨਾ ਹੈ। ਇਹ ਫਿਲਮ ਜ਼ੀ ਦੇ ਕੋਲ ਚਲੀ ਗਈ ਹੈ, ਟ੍ਰੇਲਰ ਸਾਂਝਾ ਕੀਤਾ ਗਿਆ ਹੈ, ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਫਿਲਮ ਜੋ ਕਿ ਇੱਕ ਅੱਛੇ ਕਨਸੈਪਟ ਤੇ ਬਣਾਈ ਗਈ ਹੈ, ਉਸ ਨੂੰ ਲੈ ਕੇ ਲੋਕਾਂ ਦੇ ਕਮੈਂਟਸ
ਜਿੰਨੇ ਨੇ ਉਸ ਤੋਂ ਕਿਤੇ ਜ਼ਿਆਦਾ ਕਮੈਂਟਸ ਇਸ ਗੱਲ ਕਰਕੇ ਨੇ ਕਿ ਤੁਸੀਂ ਬੇਸ਼ੱਕ 2019 ਚ ਕੀਤੀ ਸੀ, ਤੁਸੀਂ ਜ਼ੀ ਨੂੰ ਕਿਉਂ ਕੀਤਾ, ਜਦਕਿ ਇਹ ਗੱਲ ਬਾਰ-ਬਾਰ ਸਮਝਾ ਦਿੱਤੀ ਗਈ ਹੈ ਕਿ ਕਲਾਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਹੈ ਕਿ ਕਿਸ ਪਲੇਟਫਾਰਮ ਤੇ ਫਿਲਮ ਇਹ ਸਿੰਪਲ ਪਤਾ ਕੀ ਚੱਕਰ ਹੈ ਜੀ, ਜਿਹੜੇ ਅਸੀਂ ਪੰਜਾਬੀ ਸਾਨੂੰ ਪਤਾ ਨਹੀਂ ਸੀ ਆਹ ਦਿਨ ਆਉਣ ਵਾਲੇ ਆ, ਕਿਸੇ ਨੂੰ ਵੀ ਨਹੀਂ ਪਤਾ ਸੀ ਆਹ ਮਾੜੇ ਦਿਨ ਆਉਣ ਵਾਲੇ ਆ, ਰਾਈਟ। ਅਸੀਂ ਪੂਰੇ ਔਰ ਸਾਰੀ ਇੰਡਸਟਰੀ ਇਸ ਸੰਘਰਸ਼ ਦੇ ਵਿੱਚ, ਸਾਰੀ ਇੰਡਸਟਰੀ ਨੇ ਹਾਂ ਦਾ ਨਾਰਾ ਮਾਰਿਆ, ਜਿੰਨੇ ਵੀ, ਕੋਈ ਵੀ ਉਹ ਸਿੰਗਰ ਹੈ, ਕੋਈ ਅਦਾਕਾਰ ਹੈ, ਕੋਈ ਵੀ ਹੈ, ਉਹ ਵੀ ਛੱਡੋ, ਅਦਾਕਾਰੀ ਤਾਂ ਦੂਰ ਦੀ ਗੱਲ ਹੈ ਜੀ, ਹਰੇਕ ਬੰਦੇ ਦਾ ਫਰਜ਼ ਬਣਿਆ ਵੀ ਅਸੀਂ ਉੱਥੇ ਜਾ ਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਗਏ ਹਾਂ ਵੀ ਦੇਖਿਆ ਇਹ ਸੰਘਰਸ਼ ਹੈ ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੈ, ਰਾਈਟ, ਉਹਦੇ ਨਾਲ ਖੜੇ ਹਾਂ। ਹੁਣ ਸਾਡਾ ਸਿੰਪਲ ਇੱਕ ਉਹ ਹੈ ਜੀ, ਹੁਣ ਹਰੇਕ ਬੰਦਾ ਕਹੀ ਜਾਂਦਾ ਵਿੱਚ ਕਮੈਂਟ ਕਰਕੇ ਕਿ ਵੀ 19 ਦੀ ਬਣੀ ਹੋਈ ਹੈ, 19 ਦੀ ਕਹਿ ਦੋਗੇ। ਇੱਕ ਸਤਿਕਾਰਯੋਗ ਬੰਦਾ ਹੈਰੀ ਬਵੇਜਾ ਜੀ, ਉਹ ਇਸ ਫਿਲਮ ਨੂੰ ਲੈ ਕੇ, ਜਿਨ੍ਹਾਂ ਨੇ 4 ਸਾਹਿਬਜ਼ਾਦੇ ਫਿਲਮ ਬਣਾਈ ਸੀਗੀ, ਸਾਰੀ ਦੁਨੀਆ 'ਚ ਉਹਨਾਂ ਦਾ ਸਤਿਕਾਰ। 2019 ਦੀ ਗੱਲ ਹੈ, ਜਦੋਂ ਉਹ ਫਿਲਮ ਸਾਡੇ ਕੋਲ ਲੈ ਕੇ ਆਏ ਤਾਂ ਅਸੀਂ ਇੰਨਾ ਸਤਿਕਾਰ ਕੀਤਾ ਉਹਨਾਂ ਦਾ, ਅਸੀਂ ਸਮਝ ਲਓ ਕੁਰਸੀ ਤੇ ਖੜੇ ਹੋ ਗਏ, ਔਰ ਪੈਸੇ ਵੀ ਪੁੱਛੇ ਨਹੀਂ, ਜਿੰਨੇ ਵੀ ਲੈਸ ਕਰਕੇ ਅਸੀਂ ਪੈਸੇ ਲਏ ਉਹਨਾਂ ਦਾ। ਬਵੇਜਾ ਮੂਵੀਜ਼ ਵੱਲੋਂ ਇਹ ਮੂਵੀ ਸਾਨੂੰ ਆਫਰ ਹੋਈ, ਅਸੀਂ ਕੀਤੀ, ਔਰ ਸਾਡਾ ਇਹ ਧਰਮ ਹੀ ਰਿਹਾ ਮੇਰੇ ਖਿਆਲ ਪੰਜਾਬੀ 'ਚ ਤਾਂ ਅਸੀਂ, ਕਿਉਂਕਿ ਕੋਈ ਵੀ ਨਹੀਂ ਪੁੱਛਦਾ ਕੰਟਰੈਕਟ ਪੂਰਾ, ਨਾ ਤਾਂ ਸਾਡੇ ਲਾਇਰ ਨੇ, ਅਸੀਂ ਪੜ੍ਹਦੇ ਨਹੀਂ ਹੈਗੇ। 100 ਪੇਜ ਦਾ ਕੰਟਰੈਕਟ ਹੁੰਦਾ। ਅੱਜ ਤੱਕ 20 ਸਾਲ ਦਾ ਕਰੀਅਰ ਹੈ ਮੇਰਾ, 20 ਸਾਲ ਦੇ ਵਿੱਚ ਦੇਖਿਆ ਵੀ ਨਹੀਂ ਵੀ ਕੀ ਲਿਖਾਇਆ ਉਹਨਾਂ ਨੇ। ਅਮਾਊਂਟ ਪੜ੍ਹਦੇ ਹਾਂ ਵੀ ਸਾਡੀ ਅਮਾਊਂਟ ਠੀਕ ਹੈ ਜੀ, ਸਾਈਨ ਕਰ ਦਿੰਦੇ ਹਾਂ, ਸਾਈਨ ਕਰੀਏ। ਐਂਡ ਸਾਰਾ ਉਹ ਪ੍ਰੋਡਕਸ਼ਨ ਹਾਊਸ ਕੋਲੇ ਹੁੰਦਾ ਜੀ, ਉਹ ਕਿਤੇ ਵੀ ਵੇਚ ਸਕਦਾ, ਕਿਤੇ ਵੀ ਕੁਝ ਕਰ ਸਕਦਾ। ਜਿੱਦਾਂ ਆਪਾਂ ਆਪਦੀ ਫਸਲ, ਅਸੀਂ ਵੀ ਜ਼ਿਮੀਂਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਜਦੋਂ ਅਸੀਂ ਫਸਲ ਆੜਤੀਏ ਕੋਲੇ ਸਿੱਟਦੇ ਹਾਂ, ਰਾਮਪਾਲ ਹੈ, ਕੋਈ ਜਤਿੰਦਰ ਸਿੰਘ ਹੈ, ਕੋਈ ਘਨਸ਼ਾਮ ਹੈ, ਉਹ ਆੜਤੀ ਕੋਲੇ ਸਿੱਟਦੇ ਆ। ਜੇ ਹੁਣ ਅਸੀਂ ਕਹੀਏ ਵੀ ਇਹ ਫਸਲ ਫਲਾਣੇ ਆੜਤੀ ਕੋਲੇ ਨਾ ਸਿੱਟੋ, ਪੈਸੇ ਲੈ ਹੋਏ ਨੇ, ਨਹੀਂ ਉਹ ਤਾਂ ਸਾਡੇ, ਕਿਉਂਕਿ ਸਾਡੇ ਸਾਰੇ ਸਾਲ ਦਾ ਹਿਸਾਬ ਉਹ ਤੋਂ ਚੱਲਦਾ, ਸਾਰੇ ਸਾਲ ਅਸੀਂ ਉਧਾਰ ਪੈਸੇ ਫੜਦੇ ਰਹਿੰਦੇ ਹਾਂ। ਉਵੇਂ ਅਸੀਂ ਇਹ ਮੂਵੀ ਬਵੇਜਾ ਮੂਵੀਜ਼ ਨਾਲ ਕੀਤੀ, ਔਰ ਕਰਮ ਹੀ ਧਰਮ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਆਪਣੀ ਕਿਰਤ ਕਰੋ। ਸਾਡੀਆਂ ਕੋਈ ਫੈਕਟਰੀਆਂ ਨਹੀਂ ਚੱਲਦੀਆਂ ਕਿਸੇ ਦੀਆਂ ਵੀ, ਕੋਈ ਸਾਡਾ ਦੂਜਾ ਕੰਮ ਨਹੀਂ ਹੈਗਾ। ਰੌਲਾ ਉੱਥੇ ਵੀ ਢਿੱਡ ਦਾ ਹੀ ਹੈ, ਹੱਕਾਂ ਪਿੱਛੇ ਲੜਦੇ ਹਾਂ ਅਸੀਂ, ਹੱਕ ਹੈ ਸਾਡਾ, ਅਸੀਂ ਸਾਡੀ ਇਹ ਢਿੱਡ ਦੀ ਲੜਾਈ ਹੈ, ਅਸੀਂ ਢਿੱਡ ਪਿੱਛੇ ਜਾਣਦੇ, ਅਸੀਂ ਇਹ ਦਿਹਾੜੀ ਲਾਉਂਦੇ ਹਾਂ, ਸਾਡੀ ਦਿਹਾੜੀ ਹੈ, ਸਾਡੇ ਹੋਰ ਕਰਮ ਨਹੀਂ ਕੋਈ। ਅਸੀਂ ਆਪਦੀ ਇਹ ਦਿਹਾੜੀ ਲਈ ਬਵੇਜਾ ਮੂਵੀਜ਼ ਦੇ ਜਿਹੜੇ ਐਡੇ ਸਤਿਕਾਰਯੋਗ, ਜਿੱਥੇ ਸਾਰੀ ਦੁਨੀਆ, ਜਿੱਥੇ ਬੱਚੇ ਬੈਠੇ ਆ ਸਾਡੇ, ਅਸੀਂ ਆਪਦੇ ਬੱਚਿਆਂ ਨੂੰ ਉਹ ਫਿਲਮ ਦਿਖਾਈ, ਰੋਂਦੇ ਸੀ ਸਾਰੇ ਜਾਣੇ ਬਹਿ ਕੇ, ਅੰਦਰ ਬੈਠ ਕੇ ਉਹ ਸਾਡੇ ਗੁਰੂ ਸਾਹਿਬਾਨਾਂ ਬਾਰੇ ਦੱਸਿਆ, ਉਹਨਾਂ ਨੇ ਜਾਣੂ ਕਰਾਇਆ ਇਤਿਹਾਸ ਬਾਰੇ। ਉਹ ਸਤਿਕਾਰ ਦੇ ਵਿੱਚ ਅਸੀਂ ਮੂਵੀ ਕੀਤੀ। ਹੁਣ ਉਹਨਾਂ ਨੇ ਚੱਕ ਕੇ ਗਾਹਾਂ ਵੇਚਤੀ, ਸਾਡਾ ਇੱਥੇ ਕੋਈ ਲੈਣਾ ਦੇਣੀ ਨਹੀਂ। ਹੁਣ ਜਿਵੇਂ ਆੜਤੀ ਕੋਲੇ ਫਸਲ ਲੈ ਕੇ ਆਉਂਦੇ ਉਹ ਦਾਣਾ ਉਹੀ, ਇਹ ਅਵਾਨੀ ਅਡਾਨੀ ਹੁਣੀ ਸਾਰੇ ਉਹੀ ਖਾਂਦੇ ਆ, ਕਣਕ ਤਾਂ ਉਹੀ ਹੈ, ਗੇਹੂੰ ਤਾਂ ਉਹੀ ਹੈ, ਚੌਲ ਤਾਂ ਉਹੀ ਨੇ, ਹੈ ਨਾ। ਉਹ ਸਾਨੂੰ ਪਤਾ ਹੀ ਨਹੀਂ। ਹੁਣ ਸਾਡਾ ਉੱਥੇ ਤੱਕ ਰਿਲੇਸ਼ਨ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਸੀ। ਓਬਵੀਅਸਲੀ ਕਈ ਉਦੋਂ ਸਾਨੂੰ ਪਤਾ ਨਹੀਂ ਸੀ ਇਹ ਦਿਨ ਆਉਣ ਵਾਲੇ। ਆਪਾਂ ਨੂੰ ਕੀ ਪਤਾ ਸੀ 2 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਵੀ ਕੀ ਪਤਾ ਸੀ ਵੀ ਇਸ ਲੈਵਲ ਤੱਕ ਪਹੁੰਚ ਜਾਊਗਾ ਕਿਸੇ ਹੋਰ ਆਪਣਾ, ਕੱਲ੍ਹ ਨੂੰ ਵੀ ਨਹੀਂ ਪਤਾ ਨਹੀਂ ਕੀ ਮੁੱਦੇ ਜ਼ਿੰਦਗੀ 'ਚ ਖੜੇ ਹੋਣੇ ਨੇ। ਪਰ ਐਜ਼ ਅ ਹਿਊਮਨ ਬੀਇੰਗ ਸਾਡਾ ਇਹ ਫਰਜ਼ ਸੀਗਾ, ਇਖਲਾਕੀ ਫਰਜ਼ ਹੈ, ਇਮਾਨਦਾਰੀ, ਓਨੈਸਟੀ ਆਪਣੇ ਕੰਮ ਪ੍ਰਤੀ। ਅਸੀਂ ਆਪਣਾ ਕਰਮ ਕੀਤਾ, ਔਰ ਕਿਸੇ ਦੀ ਵੀ ਮਨਸਾ ਇਹ ਜਿਹੀ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਣਾ। ਮੈਨੂੰ ਪਤਾ ਹੈ ਕੁਝ ਲੋਕ ਬੋਲਦੇ ਨੇ, ਪਰ ਸਾਨੂੰ ਇਹ ਸੰਘਰਸ਼ ਤੋਂ ਤੋੜ ਨਹੀਂ ਸਕਦੇ ਕਦੇ ਵੀ, ਕਿਉਂਕਿ ਇਹ ਏਜੰਸੀਜ਼ ਦਾ ਕੰਮ ਹੈ ਜਿਹੜੇ ਸਾਡੇ 'ਚ ਡਿਫਰੈਂਸਿਸ ਪਾਉਣਾ ਚਾਹੁੰਦੀਆਂ ਨੇ ਵੀ ਕਲਾਕਾਰ ਤੁਹਾਡੇ ਨਾਲੋਂ ਅੱਡ ਨੇ। ਡੈਫੀਨੇਟਲੀ ਇਹ ਜਿਹੜੇ ਵਿੱਚ ਕਮੈਂਟ ਕਰਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਉਹਨਾਂ ਨੂੰ ਸੰਘਰਸ਼ ਨੂੰ ਐਂ ਲੱਗੇ ਵੀ ਇਹ ਕਲਾਕਾਰ ਹੁਣ ਅੱਡ ਹੋ ਗਏ, ਜਾਂ ਕਲਾਕਾਰ ਉਹਨਾਂ ਨਾਲੋਂ, ਜੇ ਕਲਾਕਾਰੀ ਸੰਘਰਸ਼ ਨਾਲੋਂ ਅੱਡ ਹੋ ਗਈ। ਨਾ, ਇਹ ਕਦੇ ਨਹੀਂ ਹੋਊਗਾ। ਅਸੀਂ ਪੰਜਾਬ ਦੇ ਜੰਮੇ, ਪੰਜਾਬੀ ਮਾਂ ਬੋਲੀ ਨੇ, ਪੰਜਾਬੀ ਨੇ, ਜਿਹੜੇ ਸਾਡੇ ਭੈਣ ਭਰਾਵਾਂ ਨੇ ਸਾਨੂੰ ਸਾਰਾ ਕੁਛ ਆ ਤਖਤੋ ਤਾਜ ਬਖਸ਼ਿਆ, ਉਹਨਾਂ ਕਰਕੇ ਅਸੀਂ ਇੱਥੇ ਬੈਠੇ ਹਾਂ। ਉਹ ਮੁੱਦਾ ਪਹਿਲਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹਨੂੰ ਛੇਤੀ ਨੇਪਰੇ ਚਾੜੇ, ਸਾਡੀ ਜਿੱਤ ਉਹ 'ਤੇ ਯਕੀਨੀ ਹੋਵੇ, ਕਿਉਂਕਿ ਹੁਣ ਤੱਕ 700 ਤੋਂ ਉੱਤੇ ਸ਼ਹਾਦਤਾਂ ਹੋ ਚੁੱਕੀਆਂ ਨੇ। ਅਸੀਂ ਕੱਲ੍ਹ ਟ੍ਰੇਲਰ ਪਾਉਣਾ ਸੀਗਾ ਸਾਰਿਆਂ ਨੇ, ਅਸੀਂ ਨਹੀਂ ਪਾਇਆ ਸੀਗਾ, ਅਸੀਂ ਬਿਲਕੁਲ ਨਹੀਂ ਪਾਉਣਾ, ਕੋਈ ਲੈਣਾ ਨਹੀਂ ਦੇਣਾ ਨਹੀਂ, ਕਿਉਂਕਿ ਉਹ ਲਖੀਮਪੁਰ ਵਾਲਾ ਹੋਇਆ ਜਿਹੜਾ ਕਾਂਡ ਹੈ ਨਾ ਜੀ, ਉਹ ਕਿੱਡਾ ਤੁਸੀਂ ਧੱਕਾ ਕੀਤਾ ਸਾਡੇ ਭੈਣ ਭਰਾਵਾਂ ਨਾਲ, ਸਾਡੇ ਭਰਾਵਾਂ ਨਾਲ, ਹੈ ਨਾ। ਤਾਂ ਬੇਨਤੀ ਕਰਦਾ ਔਰ ਸਰਕਾਰਾਂ ਦੇ ਅੱਗੇ ਅਪੀਲ ਕਰਦਾ ਵੀ ਇਹਨੂੰ ਛੇਤੀ ਇਹ ਸਾਡੇ, ਜਿਹੜੀ ਚੀਜ਼ ਸਾਨੂੰ ਗਿਫਟ ਦੇਣਾ ਚਾਹੁੰਦੇ ਅਸੀਂ ਜਦ ਲੈਣੇ ਨਹੀਂ ਚਾਹੁੰਦੇ, ਸਾਰਿਆਂ ਨੇ ਕਹਿਤਾ ਕਿਆ ਦਾ ਗਿਫਟ, ਜੇ ਤੁਹਾਨੂੰ ਮੈਂ ਗਿਫਟ ਦੇਵਾਂ ਤੁਸੀਂ ਲੈਣਾ ਨਹੀਂ ਚਾਹੁੰਦੇ, ਕਿਉਂ ਦੇਵਾਂ ਵੀ ਮੈਂ, ਹੈ ਨਾ। ਸੋ ਅਸੀਂ ਇਸ ਸੰਘਰਸ਼ ਦੇ ਹਮੇਸ਼ਾ ਨਾਲ ਹਾਂ, ਸਾਰੇ ਆਰਟਿਸਟ ਨਾਲ ਨੇ। ਇਹ 'ਚ ਸਾਡੀ ਕੋਈ ਜੇ 7 ਜਾਣੇ 'ਚੋਂ ਖੜਾ ਲਓ ਨਾ, ਜੀ ਦਾ ਓਨਰ ਵੀ ਵਿੱਚ ਖੜਾ ਲਓ, ਇਹ ਕਿਹੜਾ ਸਾਡੇ ਚਾਚੇ ਦਾ ਜੀ ਜਾਂ ਹੋਰ ਕੋਈ ਜਿਹੜਾ ਵੀ ਚੈਨਲ 'ਤੇ ਇਹ ਪਾਉਂਦੇ ਨੇ, ਸਾਡੇ ਚਾਚੇ ਮਾਮੇ ਤਾਇਆਂ ਦੇ ਨਹੀਂ ਹੈਗੇ। ਅਸੀਂ ਆਪਦੇ ਪੰਜਾਬ ਨੂੰ ਪਹਿਲਾਂ ਬਿਲੋਂਗ ਕਰਦੇ ਹਾਂ। ਜੇ 10 ਜਣੇ 'ਚ ਖੜਾ ਦਿਓ ਨਾ ਵੀ ਵਿੱਚ ਜੀ ਦਾ ਮਾਲਕ ਖੜਾ ਦੋ, ਵਿੱਚ ਫਲਾਣਾ, ਜੇ ਸਾਨੂੰ ਕਹਿ ਦਿਓ ਪਛਾਣ ਕਿਤੇ ਸਕਦੇ, ਮੈਨੂੰ ਲੱਗਦਾ ਕਿਸੇ ਨੂੰ ਸ਼ਕਲ ਵੀ ਨਹੀਂ ਪਤਾ। ਹੁਣ ਸਾਨੂੰ ਕੀ ਪਤਾ ਕੌਣ ਨੇ ਯਾਰ, ਸਾਡਾ ਨਿੱਜੀ ਥੋੜ੍ਹਾ ਮਸਲਾ ਇਹ। ਨਾਲ ਜੇ ਸਾਨੂੰ ਇੰਨਾ ਹੀ ਪਤਾ ਹੁੰਦਾ ਕਿ ਸਾਡੀ ਫਿਲਮ ਸਿਲਵਰ ਸਕਰੀਨ ਤੋਂ ਹਟਾ ਕੇ ਅਸੀਂ ਕਰਨੀ ਨਹੀਂ ਸੀ, OTT ਤੇ ਅਸੀਂ ਸਾਈਨ ਨਹੀਂ ਕਰਨੀ, ਅਸੀਂ ਸਾਈਨ ਹੀ ਨਹੀਂ ਕਰਨੀ ਸੀ। ਉਸ ਵੇਲੇ OTT ਦਾ ਮੁੱਦਾ ਹੀ ਨਹੀਂ ਸੀ ਕੋਈ, ਬਿਲਕੁਲ ਨਹੀਂ, ਸਾਨੂੰ ਪਤਾ ਹੀ ਨਹੀਂ ਸੀ। ਅਸੀਂ ਫਿਲਮ ਦੇ ਵੱਡੇ ਪਰਦੇ, ਸਾਡੇ ਨਾਲ ਵੀ ਧੱਕਾ ਹੋਇਆ, ਅਸੀਂ ਫਿਲਮ ਵੱਡੇ ਪਰਦੇ ਤੇ ਲਾਉਣੀ ਸੀ। ਕਿੰਨੇ ਇਹਨਾਂ ਨੇ ਡਿਸਕਸ਼ਨਾਂ ਕੀਤੀਆਂ ਉਹਨਾਂ ਨਾਲ ਜੀ, ਬੈਠ ਕੇ ਵੀ ਇੰਨੀਆਂ ਡਿਸਕਸ਼ਨਸ ਹੋਈਆਂ ਵੀ ਤੁਸੀਂ ਸਾਡੇ ਪਰਦੇ ਤੇ ਚੱਲਣ ਵਾਲੀ ਫਿਲਮ OTT ਤੇ ਪਾ ਰਹੇ ਹੋ। ਪਰ ਹੋ ਸਕਦਾ ਕੱਲ ਨੂੰ OTT ਤੇ ਫਿਲਮਾਂ ਬਣੀਆਂ ਕਮਰਸ਼ੀਅਲੀ ਸਾਡੇ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਹੋਵੇ, ਆਰਟਿਸਟਾਂ ਲਈ ਬਹੁਤ ਵਧੀਆ ਹੋਵੇ, ਕਮਰਸ਼ੀਅਲੀ ਬਹੁਤ ਵਧੀਆ ਹੋਵੇ,
ਪਰ ਹਾਲ ਦੀ ਘੜੀ ਸਾਨੂੰ ਜਿਹੜਾ ਮਜ਼ਾ, ਜਿਹੜਾ ਸਕੂਨ ਲੋਕਾਂ ਦੀਆਂ ਤਾੜੀਆਂ, ਸੀਟੀਆਂ ਤੇ ਵੱਡੇ ਪਰਦੇ ਕਲਕਾਰੀਆਂ ਨਾਲ ਆਉਂਦਾ ਵੱਡੇ ਪਰਦੇ ਤੇ ਬੈਠ ਕੇ, ਉਹ ਹੁਣ OTT ਤੇ ਥੋੜਾ ਆ ਜਾਣਾ। ਬਿਲਕੁਲ। ਪਰ ਫਿਰ ਵੀ ਸਾਡਾ ਹੈ ਕਿ ਸਾਡੀ ਫਿਲਮ ਘਰ ਘਰ ਪਹੁੰਚੇ, ਹਰ ਇੱਕ ਬੱਚਾ, ਸਾਰੀ ਇੱਕ ਫੈਮਿਲੀ ਦਾ ਮੈਂਬਰ ਦੇਖੇ ਵੀ ਇੰਨੀ ਮਿਹਨਤ ਕੀਤੀ ਆ ਤੇ ਉਸ ਤੋਂ ਕੁਛ ਨਾ ਕੁਛ ਜੇ ਸੰਦੇਸ਼ ਹੈ ਉਹ ਜ਼ਰੂਰ ਲਵੇ। ਵੱਡੀ ਗੱਲ, ਅਸੀਂ ਆਪਣੇ ਕਰਮ ਕੀਤੇ ਨੇ ਜੀ, ਮਿਹਨਤ ਕੀਤੀ ਹੈ। ਗੁਰੂ ਸਾਹਿਬਾਨਾਂ ਨੇ ਵੀ ਕਿਹਾ ਵੀ ਕਿਰਤ ਦੀ ਖਾਓ, ਆਪਣੀ ਕਿਰਤ ਕਰੋ ਤੇ ਖਾਓ। ਕਰਮ ਹੀ ਧਰਮ ਹੈ, ਸਾਡਾ ਕਰਮ ਹੀ ਧਰਮ ਹੈ। ਅਸੀਂ ਆਪਣਾ ਕਰਮ ਕੀਤਾ, ਕੋਈ ਵੀ ਗੰਦੀ ਮਨਸਾ ਨਾਲ ਜਾਂ ਕੁਛ ਕਿਸੇ ਉਸ ਨਾਲ ਸਾਡਾ ਰੱਬ ਜਾਣਦਾ, ਵਾਹਿਗੁਰੂ ਦੇ ਅਸੀਂ ਵੀ ਹੈ ਨਾ ਸਾਰੇ ਜਾਣੇ ਮੰਨਣ ਵਾਲੇ ਆਪਾਂ, ਆਪ ਅਸੀਂ ਭੈਣ ਭਰਾ ਸਾਰੇ ਜਾਣੇ ਜੇ ਗੱਲ ਨੂੰ ਸਮਝਦੇ ਅਸੀਂ ਆਪਣੇ ਕਰਮ ਕੀਤੇ ਨੇ। ਕਿਰਤ ਕਰੇ ਬਿਨਾਂ ਸਾਰੇ ਜਾਣੇ ਭੁੱਖੇ ਮਰ ਜਾਣਗੇ। ਹਰੇਕ ਥਾਵੇਂ ਢਿੱਡ ਦਾ ਹੀ ਸਵਾਲ ਹੈ। ਅਸੀਂ ਆਪਣੇ ਢਿੱਡ ਦਾ ਕੰਮ ਕਰਦੇ ਹਾਂ, ਕੋਈ ਕਿਸੇ ਦੇ ਮਨ 'ਚ ਹਰਾਮਪਣਾ ਨਹੀਂ ਹੈਗਾ, ਕਿਸੇ ਨੇ ਇਦਾਂ ਨਹੀਂ ਕੀਤਾ ਔਰ ਨਾ ਹੀ ਅਸੀਂ ਕਰਨਾ, ਨਾ ਕਰਨ ਵਾਲੇ ਹਾਂ। ਸਭ ਦੇ ਨਾਲ ਹੀ ਖੜੇ ਹਾਂ, ਸਭ ਦੇ ਭੈਣ ਭਰਾ, ਸਾਡੇ ਮਾਮੇ, ਚਾਚੇ, ਤਾਏ, ਫੁੱਫੜ ਹੁਣ ਵੀ ਉੱਥੇ ਤੁਰੇ ਫਿਰਦੇ ਆ, ਸਾਰਿਆਂ ਦੇ ਬੱਚੇ ਉੱਥੇ ਤੁਰੇ ਫਿਰਦੇ ਆ। ਸੋ ਡੋਂਟ ਵਰੀ, ਆਪਣੇ ਭੈਣ ਭਰਾਵਾਂ ਨੂੰ ਉਵੇਂ ਹੀ ਸਮਝੋ। ਸਾਡੀ ਕੋਈ ਮਨਸਾ ਨਹੀਂ ਹੈਗੀ ਵੀ ਇਦਾਂ ਦੀ ਵੀ ਅਸੀਂ ਉਹਦੇ ਨਾਲ ਖੜ ਗਏ। ਸਾਡੇ ਮੈਂ ਉਹੀ ਫਿਰ ਦੁਬਾਰੇ ਕਹਿੰਦਾ, ਸਾਡੇ ਚਾਚੇ ਦੇ ਮੁੰਡੇ ਜਾਂ ਅਸੀਂ ਉਹ ਜਾਣਦੇ, ਸਾਡੇ ਤਾਂ ਆਹੀ ਘਰ ਆ, ਆਹੀ ਇੱਥੇ ਇਸੇ ਜਿਹੜੇ ਜ਼ਮੀਨ ਨੇ, ਜਿਹੜੇ ਭੈਣ ਭਰਾਵਾਂ ਨੇ ਸਾਰਾ ਕੁਝ ਦਿੱਤਾ, ਉਹਦੇ ਹਮੇਸ਼ਾ ਨਾਲ ਸੀਗੇ, ਨਾਲ ਹਾਂ ਤੇ ਨਾਲ ਹੀ ਖੜੇ ਰਵਾਂਗੇ। ਪਰ ਕਿਰਤ ਕਰਨੋਂ, ਕਿਉਂਕਿ ਢਿੱਡ ਵੀ ਜ਼ਰੂਰੀ ਹੈ, ਢਿੱਡ ਵੀ ਜ਼ਰੂਰੀ ਹੈ। ਉਹ ਕਾਇਦੇ ਕਾਨੂੰਨ 'ਚ ਰਹਿ ਕੇ ਕੰਮ ਤਾਂ ਅਸੀਂ ਕਰਨੀ ਹੈ। ਜੇ ਭੱਠੇ ਲਾ ਦਿਓ, ਫੈਕਟਰੀ ਫੂਟਰੀ ਤੋਂ ਅਸੀਂ ਉਹੀ ਨਾ ਛੱਡ ਦਿੰਦੇ ਫਿਲਮ। ਜੇ ਕਹੋ ਸਾਨੂੰ ਅੱਜ ਹੀ ਸ਼ਟ ਡਾਊਨ ਕਰਦੇ, ਕੰਮ ਤਾਂ ਖਿਲਾ ਦਿਓ, ਕੋਈ ਕੰਮ ਤਾਂ ਕਰਾ ਦਿਓ। ਫਿਰ ਜੇ ਕੁਛ ਹੋਵੇ ਤਾਂ ਅਸੀਂ ਬੱਚੇ ਵੀ ਪਾਲਣੇ ਨੇ, ਤਾਂ ਸਾਡਾ ਕਰਮ ਕਰ ਲੈਣ ਦਿਓ, ਬਸ ਇੰਨਾ ਕੀ ਹੈ ਕਾਇਦੇ ਕਾਨੂੰਨ 'ਚ ਰਹਿ ਕੇ। ਜੀ ਸਰ, ਮੈਂ ਗੱਲ ਕਰਨੀ ਚਾਹਾਂਗੀ, ਜੇ ਆਪਾਂ ਕਲਾਕਾਰੀ ਦੇ ਤੌਰ 'ਤੇ ਹੁਣ ਗੱਲ ਕਰਦੇ ਹਾਂ, ਰੋਣ ਕੌਣ ਕੀ ਹੁੰਦਾ ਹੈ? ਰੋਮ ਕੋਮ ਤੇ ਸੀਗਾ, ਇੰਨਾ ਰੋਣ ਕਾਨੂੰ ਮਤਲਬ ਕੀ? ਰੋਣ ਦਾ ਮਤਲਬ ਇਹ ਫਿਲਮ 'ਚ ਰੋਣਗੇ ਵੀ ਤੇ ਪੁੱਛਣਗੇ ਕੌਣ ਸੀਗੇ, ਉਹ ਕਿਹੜੇ ਸੀਗੇ, ਉਹ ਕਿਹੜੇ ਸੀ ਮੁੰਡੇ, ਯਾਦ ਕਰਨਗੇ ਬੰਦੇ ਕੌਣ ਸੀ, ਕਮਾਲ ਕੀਤਾ ਯਾਰ, ਕਮਾਲ ਕਰਦੇ, ਕੌਣ ਇਹ ਫਿਲਮ 'ਚ ਬੜਾ ਵਧੀਆ ਮੈਸੇਜ ਹੈ, ਬਹੁਤ ਹੀ ਪਿਆਰਾ। ਮੈਂ ਕਹਿੰਦਾ ਭੱਲਾ ਸਾਹਿਬ ਦਾ ਬੈਸਟ ਕੰਮ ਹੈ ਇਸ ਫਿਲਮ ਦੇ ਵਿੱਚ। ਅੱਜ ਤੱਕ ਮੈਂ ਇਹਨਾਂ ਦੇ ਡਬਿੰਗ ਵੇਲੇ ਰੈਸ਼ਿਸ ਦੇਖੇ ਜਾਂਦੇ, ਉੱਥੇ ਤੁਸੀਂ ਦੇਖਦੇ ਰਹਿੰਦੇ ਹੋ। ਇੱਕ ਤਾਂ ਹੁੰਦਾ ਅਦਾਕਾਰੀ ਉਦੋਂ ਕਰਨੀ, ਅਦਾਕਾਰੀ ਤੋਂ ਬਾਅਦ ਤੁਹਾਡੇ ਹੱਥ 'ਚ ਰਹਿੰਦੀ ਡਬਿੰਗ ਵੇਲੇ ਜੋ ਉਹਨਾਂ ਨੇ ਗਲ ਭਰ ਕੇ, ਸੱਚੀ ਮੈਂ ਉਦੋਂ ਫੀਲ ਕੀਤਾ। ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਉਹ ਸਟੂਡੀਓ ਦੇ ਵਿੱਚ ਖੜ੍ਹ ਕੇ ਵੀ ਇਕੱਲੇ ਰੋਏ ਹੋਣਗੇ, ਇੱਦਾਂ ਦੀਆਂ ਸਿਸਕੀਆਂ ਜਾਂ ਉਸ ਹਿਸਾਬ ਨਾਲ ਇਹਨਾਂ ਨੇ ਭਰਿਆ। ਬਾ ਕਮਾਲ ਸਬਜੈਕਟ ਹੈ, ਬੱਚਿਆਂ ਨੂੰ ਦਿਖਾਉਣ ਵਾਲਾ ਹੈ। ਆਪਣੇ ਪੇਰੈਂਟਸ ਦੀ ਵੈਲਿਊ ਤੁਹਾਨੂੰ ਉਦੋਂ ਪਤਾ ਲੱਗੂਗੀ ਜਦੋਂ ਇਹ ਸਬਜੈਕਟ ਦੇਖੋਗੇ। ਸੱਚੀ ਆਪਾਂ ਇਗਨੋਰ ਕਰ ਜਾਂ ਵੇਸਲੇ ਹੋ ਜਾਂਦੇ ਹਾਂ। ਸਭ ਤੋਂ ਕੀਮਤੀ ਹੈ ਇਸ ਵੇਲੇ ਜਾਂ ਤਾਂ ਪੇਰੈਂਟਸ ਨੂੰ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ, ਔਰ ਬੱਚਿਆਂ ਨੂੰ ਜਿਹੜੇ ਉਹ ਕੀਮਤੀ ਜਿਨ੍ਹਾਂ ਕੋਲ ਘੱਟ ਸਮਾਂ ਹੈ, ਉਹ ਬਜ਼ੁਰਗ ਮਾਂ-ਬਾਪ ਆਪਣੇ ਜੋ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਛੱਡ ਕੇ ਹੋਰ ਹੀ ਕੰਮਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਜਿੰਨਾ ਆਪਣਾ ਫਰਜ਼ ਬਣਦਾ, ਜਿੰਨਾ ਵੀ ਟਾਈਮ ਬਣਦਾ, ਕੀਮਤੀ ਟਾਈਮ ਉਹਨਾਂ ਵਾਸਤੇ ਸਪੈਸ਼ਲੀ ਜ਼ਰੂਰ ਕੱਢੋ। ਇਹ ਨਹੀਂ ਮੁੜ ਕੇ ਮਿਲਣੇ ਮਾਂ-ਬਾਪ। ਜੀ ਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਬੀਨੂ ਜੀ ਦੀ ਜੇਕਰ ਆਪਾਂ ਗੱਲ ਕਰੀਏ ਤੇ ਬਹੁਤ ਫਿਲਮਾਂ ਦੇ ਵਿੱਚ ਤੁਸੀਂ ਸਕਰੀਨ ਸ਼ੇਅਰ ਕੀਤੀ ਹੈ, ਕਦੋਂ ਇੱਦਾਂ ਹੋਇਆ ਜਦੋਂ ਤੁਹਾਨੂੰ, ਕਿਉਂਕਿ ਇੰਪਰੋਵਾਈਜ਼ੇਸ਼ਨ ਓਬਵੀਅਸਲੀ ਚੱਲਦੀ ਰਹਿੰਦੀ ਹੈ, ਤੁਹਾਡੇ ਅੰਦਰ ਇੰਨਾ ਜ਼ਿਆਦਾ ਕੰਟੈਂਟ ਹੁੰਦਾ ਹੈ ਨਾ ਕਿ ਤੁਸੀਂ ਵਾਕਈ ਦੇ ਵਿੱਚ ਮਤਲਬ ਕਹਿੰਦੇ ਨੇ ਕਿ ਇੱਕ ਫੈਨ ਮੂਮੈਂਟ ਬਣ ਜਾਂਦਾ ਕਿ ਯਾਰ ਮੈਂ ਤਾਂ ਤੇਰੇ ਕੰਮ ਦੇਖ ਕੇ ਹੀ ਮੇਰਾ ਦਿਲ ਖੁਸ਼ ਕਰਤਾ, ਜਾਂ ਮੈਂ ਬਹੁਤ ਤੈਨੂੰ ਦੇਖ ਕੇ ਇੰਪ੍ਰੈਸ ਹੋਇਆ। ਸੋ ਬੀਨੂ ਜੀ ਦਾ ਤੁਹਾਡੇ ਨਾਲ ਉਹ ਕਿਹੜੀ ਫਿਲਮ ਦਾ ਕਿਹੜਾ ਸੀਨ ਸੀ? ਬੀਨੂ ਦੇ ਤਕਰੀਬਨ ਹਰੇਕ ਸੀਨ ਦੇ ਵਿੱਚ ਇੰਨੀ ਜਾਨ ਪਾਈ ਹੁੰਦੀ ਆ ਕਿ ਉਹਨੂੰ ਮੇਜਰ ਕਰਨਾ ਔਖਾ ਹੋ ਜਾਂਦਾ ਵਾ। ਵੀ ਆਹ ਮੇਜਰ ਕਰ ਲਿਆ ਸੀ, ਵੀ ਆਹ ਇਹਦਾ ਵਧੀਆ ਸੀਨ ਸੀ, ਆਹ ਇਹਦਾ ਇੱਦਾਂ ਸੀਨ ਸੀ। ਸੋ ਕੈਰੀ ਔਨ ਜੱਟਾ ਹੀ ਲੈ ਲਓ, ਸਭ ਤੋਂ ਸੀਨ ਜਿਹਦੇ ਤੇ ਸਾਨੂੰ ਆਪ ਨੂੰ ਹਾਸਾ ਆਇਆ ਕਿੰਨਾ ਚਿਰ, ਬਈ ਉਹਦਾ ਪੁੱਤੀ ਤੇ ਇਹਦਾ ਮੁੰਡਾ ਕੀ ਕਹਿ ਰਹੇ ਹੋ, ਇਹਦਾ ਪੁੱਤੀ ਤੇ ਉਹਦਾ ਮੁੰਡਾ ਕੀ ਕਹਿ ਰਹੇ, ਸਾਲਿਆ ਕੋ ਦੱਸਣ ਵੀ ਤਾਂ ਦੇ। ਐਸੀ ਕੈਮਿਸਟਰੀ ਜਿਹੜੀ ਬਣੀ, ਉਹ ਬੈਸਟ ਸੀਨ ਹੋ ਕੇ ਨਿਕਲਿਆ ਫਿਲਮ ਦਾ। ਔਰ ਅਸੀਂ ਥੀਏਟਰ ਦੇ ਵਿੱਚ ਬੈਠ ਕੇ ਦੇਖਿਆ ਵੀ ਲੋਕੀ ਕੁਰਸੀਆਂ ਤੋਂ ਉਛਲ ਕੇ ਥੱਲੇ ਗਏ ਰਹੇ, ਮੌਕੇ ਤੇ ਇੰਪਰੋਵਾਈਜ਼ ਲਿਖਿਆ ਹੋਇਆ ਨਹੀਂ, ਉਹਨੂੰ ਉਸ ਤਰੀਕੇ ਨਾਲ ਹਾਈਪ ਦੇਣੀ ਇੱਕ ਬਣ ਜਾਂਦੀ ਨਾ, ਥੀਏਟਰ ਦੀ ਤਰ੍ਹਾਂ ਉਹ ਚੀਜ਼ ਬਣ ਜਾਂਦੀ ਹੈ। ਉਹ ਗਿਵ ਐਂਡ ਟੇਕ। ਕਈ ਵਾਰੀ ਬਿਨਾਂ ਬੋਲੇ ਬਹੁਤ ਕੁਝ ਕਹਿ ਜਾਂਦਾ ਜੀ। ਮੈਂ ਘੋੜੀ ਤੇ ਚੜਿਆ, ਪਿੱਛੋਂ ਆ ਕੇ ਮੈਂ ਪਿੱਛੇ ਦੇਖਿਆ ਵੀ ਆ ਕੇ ਫੇਰ ਖੜ ਗਿਆ, ਦੱਸ ਨਾ ਬੋਲ। ਅੱਛਾ, ਇਹਦੇ 'ਚ ਉਹ ਚੀਜ਼ ਨੂੰ ਮੈਂ ਕੈਰੀ ਔਨ 2 ਦੇ ਵਿੱਚ ਗਿਆ, ਮੈਂ ਤੇਰੇ ਹੱਥ ਮਰੋੜ ਦੇਣਾ ਜੇ ਮੇਰੇ ਮੂਰੇ ਐਂ ਕੀਤਾ, ਡਮਰੂ ਵਾਂਗੂ ਕਹਿੰਦੇ ਹੱਥ ਐਂ ਕਰ, ਡਮਰੂ ਨੂੰ ਮੂਰੇ ਘਮਾਉਂਦਾ, ਕਹਿੰਦਾ ਹੋਰ ਪਿੱਛੇ ਕਰ। ਆਹ ਚੀਜ਼ਾਂ ਕੋਈ ਸਕ੍ਰਿਪਟ ਥੋੜਾ ਹੁੰਦੀਆਂ ਨੇ ਜਿਹੜੀਆਂ ਅਸੀਂ ਨਹੀਂ, ਜਦੋਂ ਤੁਸੀਂ ਆਉਂਦੇ ਹੁੰਦੇ ਸੀ ਨਾ, ਇਹ ਆਡੀਅנס ਨੂੰ ਪਤਾ ਹੁੰਦਾ ਸੀ ਐਂਟਰੀ ਲਈ, ਜਦੋਂ ਤੁਸੀਂ ਆਏ ਆ ਆਡੀਅנס ਦੇਖਣ ਲੱਗਦੇ ਸੀ ਵੀ ਆਇਆ। ਪਤਾ ਹੋ ਕੇ ਦੇਖੋ, ਇੱਕ ਭਮੱਕੜ ਦੇ ਇੱਥੇ ਫਸ ਜਾਂਦਾ ਜਦ ਕਿ ਕੋਈ ਭਮੱਕੜ ਨਹੀਂ ਫਸਿਆ। ਇਹਨੇ ਉਹ ਐਕਸਪ੍ਰੈਸ਼ਨ ਬਿਊਟੀਫੁਲੀ ਐਕਸਪ੍ਰੈਸ ਕੀਤੇ, ਐਂ ਕਰਕੇ ਮੋਢ ਮੈਨੂੰ ਕਿਤੇ ਉੱਤੇ ਹਾਸਾ ਆ ਜਾਂਦਾ। ਤੇ ਪਰ ਵੱਡੀ ਗੱਲ ਮੈਂ ਉਹਦੀ ਦੱਸਿਆ, ਭੱਲਾ ਸਾਹਿਬ ਵਰਗੀ ਟਾਈਮਿੰਗ, ਜਦੋਂ ਭੱਲਾ ਸਾਹਿਬ ਆ ਜਾਂਦੇ ਨੇ ਅਸੀਂ ਅੱਧੀ ਜੰਗ ਜਿੱਤ ਲੈਂਦੇ ਹਾਂ, ਹੈ ਨਾ। ਭੱਲਾ ਸਾਹਿਬ ਦੀ ਟਾਈਮਿੰਗ ਬਾ ਕਮਾਲ ਹੈ, ਔਰ ਕੰਪਲੀਮੈਂਟ ਕਰਨਾ। ਔਰ ਤੁਹਾਨੂੰ ਮੈਂ ਦੱਸਦਾ, ਮੈਂ ਪਹਿਲਾਂ ਵੀ 1-2 ਥਾਵੇਂ ਦੱਸਿਆ, ਜਿਹੜਾ ਕੈਰੀ ਔਨ ਜੱਟਾ ਜੀ ਤੁਸੀਂ ਹਮੇਸ਼ਾ ਐਗਜ਼ਾਮਪਲਸ ਦਿੰਦੇ ਸਾਰੇ ਜਾਣੇ
ਕੈਰੀ ਔਨ ਜੱਟਾ ਦੇ ਵਿੱਚ ਜਿਹੜਾ ਸੀਗਾ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਜੀ। ਉਹਦਾ ਕਾਊਂਟਰ ਪੰਚ ਕਿਸੇ ਨੂੰ ਦੇਣਾ ਆਪਦੇ ਆਪ ਨੂੰ, ਉਹ ਇਹਨਾਂ ਦੀ ਆਜ਼ਾਦ ਕੀਤੀ ਹੋਈ ਚੀਜ਼ ਹੈ ਉਹ। ਓਕੇ ਇਹਨਾਂ ਨੇ ਦੱਸਿਆ ਮੈਨੂੰ ਵੀ ਕਾਊਂਟਰ ਤੂੰ ਆਹ ਬੋਲ ਆਪਾਂ ਆਹ ਬੋਲਦੇ ਆ, ਉਹ ਸਕ੍ਰਿਪਟ 'ਚ ਨਹੀਂ ਸੀਗਾ। 2 ਵਾਰੀ ਬੋਲਿਆ, ਉਸ ਤੋਂ ਬਾਅਦ ਇਹ ਜਦੋਂ ਅੱਛਾ ਲੱਗਣ ਲੱਗ ਗਿਆ ਫਿਰ ਉਹ 3-4 ਹੋਰ ਲੱਭਣੇ ਸ਼ੁਰੂ ਕਰ ਲਏ। ਫਿਲਮ ਜੀ, ਹੈ, ਜੀ, ਜੀ। ਬਿਲਕੁਲ। ਉਹ ਇਹਨਾਂ ਦੀ ਕਾਰਡ ਕੱਢੀ ਹੈ, ਜਿਹੜਾ ਨਹੀਂ ਬੰਦਾ ਇਹ ਹੁੰਦਾ ਵੀ ਮੈਂ ਹੁਣ ਛਾ ਗਿਆ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਜੇ ਉਹਦਾ ਕਾਊਂਟਰ ਪੰਚ ਨਾ ਬਣਦਾ ਉਹ ਇਹ ਮੈਨੂੰ ਦੇਣਾ, ਆਪਦੇ ਉੱਤੋਂ ਦੀ ਛਾਉਣ ਦੇਣਾ ਕਿਸੇ ਬੰਦੇ ਨੂੰ, ਜਸਟ ਕਮ ਓਵਰ ਤੂੰ ਆ ਮੇਰੇ ਉੱਤੋਂ ਦੀ ਛਾ ਯਾਰ। ਉਹ ਇਹਨਾਂ ਦਾ ਐਡਾ ਜਿਗਰਾ ਕਿਸੇ ਆਰਟਿਸਟ ਦਾ ਆਰਟਿਸਟ ਨਾਲ ਹੋਣਾ ਬਹੁਤ ਵੱਡੀ ਗੱਲ ਹੈ। ਇਹਦੀ ਸਿੰਪਲ ਡਾਇਲੌਗ 'ਚ ਵੀ ਹਾਸਾ ਆ ਜਾਂਦਾ, ਉਹਨੂੰ ਤੁਹਾਨੂੰ ਕਹਿੰਦਾ ਚੱਲ ਸ਼ਾਬਾਸ਼ ਤੂੰ ਸੌਂ ਜਾ, ਡੈਡੀ ਦਾ ਤੈਨੂੰ ਪਤਾ ਹੀ ਆ। ਇਹ ਕਿੱਡਾ ਕੁ ਹਾਸੇ ਵਾਲਾ ਡਾਇਲੌਗ ਆ, ਡੈਡੀ ਦਾ ਤੈਨੂੰ ਪਤਾ ਹੀ ਆ। ਕਹਿੰਦਾ ਕਿਉਂ ਸਾਲਾ ਮੈਂ ਹਿੱਲਿਆ ਹੋਇਆ ਪਲਾਸ ਹੈ, ਕਹਿੰਦਾ ਸਾਰੀ ਕੁੰਡੀਆਂ ਪੜ ਦੇਣੀ। ਆ ਨਿੱਕੇ ਨਿੱਕੇ ਕੈਰੀ ਆਨ ਦੇ ਡਾਇਲੌਗ, ਮੇਰੀ ਦਾਲ 'ਚ ਘਿਓ ਪਾ ਦਿਓ, ਹੈਨਾ, ਉਹ ਇੱਕ ਮੁਹਾਵਰੇ ਬਣ ਗਏ। ਰਾਈਟ। ਲੋਕ ਜਿਵੇਂ ਆਪਾਂ ਕਹਿੰਦੇ ਨਾ ਵੀ ਇਹ ਤੱਥ ਬਣ ਗਏ ਨੇ, ਇਹ ਚੀਜ਼ ਜਿਹੜੀ ਬੋਲਣੀ ਆ ਤਾਂ ਲੋਕਾਂ ਦੇ ਜ਼ੁਬਾਨ ਤੇ ਚੜੀ ਹੋਈ ਹੈ। ਜੀ ਬਿਲਕੁਲ। ਅੱਛਾ ਅਸੀਂ ਜਦੋਂ ਇਕੱਠੇ ਕੰਮ ਕਰਦੇ ਹਾਂ ਨਾ ਤੇ ਅਸੀਂ ਇੱਕ ਦੂਜੇ ਬਾਰੇ ਜ਼ਰੂਰ ਜਾਣਦੇ ਹਾਂ, ਆਬਜ਼ਰਵ ਕਰਦੇ ਹਾਂ ਜਾਂ ਉਹਨਾਂ ਦੇ ਪੁਰਾਣੇ ਕੰਮ ਬਾਰੇ ਗੱਲ ਕਰਦੇ ਹਾਂ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਸਭ ਤੋਂ ਪਹਿਲੇ, ਜਦੋਂ ਤੁਸੀਂ ਇਸ ਫਿਲਮ ਦੇ ਸੈੱਟ ਤੇ ਗਏ, ਤੁਸੀਂ ਕਿਹੜੀ ਇੱਕ ਫਿਲਮ ਦਾ ਜ਼ਿਕਰ ਜਸਵਿੰਦਰ ਭੱਲਾ ਜੀ ਦੇ ਨਾਲ ਕੀਤਾ ਕਿ ਹਾਂਜੀ ਮੈਂ ਤੁਹਾਡੀ ਉਹ ਫਿਲਮ ਦੇਖੀ ਸੀ ਐਂਡ ਉਸ ਚੀਜ਼ ਦੇ ਵਿੱਚ ਨਾ ਆਹ ਬੜੀ ਮਜ਼ੇਦਾਰ ਸੀ, ਐਂਡ ਸੇਮ ਫॉर ਬੀਨੂ ਜੀ? ਮੈਨੂੰ ਲੱਭਣੇ ਔਖੇ ਆ, ਜਿਹੜੀਆਂ ਵੀ ਇਹਨਾਂ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਨੇ ਉਹ ਸਾਰੀਆਂ ਹੀ ਬਾ ਕਮਾਲ ਨੇ। ਮੈਂ ਉਹ ਇਹ ਕਹਿ ਹੀ ਨਹੀਂ ਸਕਦੀ ਵੀ ਤੁਹਾਡੀ ਉਹ ਫਿਲਮ ਅੱਛੀ ਸੀ, ਉਹਦੇ ਵਿੱਚ ਦੇ ਮੈਨੂੰ ਤਾਂ ਜਦੋਂ ਇਹ ਜੋੜੀ ਆਉਂਦੀ ਹੈ ਉਦੋਂ ਹੀ ਇੰਨਾ ਮਜ਼ਾ ਆਉਂਦਾ ਹੈ ਕਿ ਮੈਂ ਨਾਲੇ ਇਹਨਾਂ ਦੀ ਕਿਹੜੀ ਹੁਣ ਕਾਊਂਟਿੰਗ ਹੈ, ਗਿਣਤੀ ਦਾ ਗਿਣ ਨਹੀਂ ਸਕਦੇ, ਅਣਗਿਣਤ ਜੋੜੀ ਹੈ। ਤੇ ਮੈਂ ਤਾਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ, ਖੁਸ਼ਕਿਸਮਤ ਸਮਝਦੀ ਹਾਂ ਕਿ ਜਿਹੜੀ ਜੋੜੀ ਨੂੰ ਮੈਂ ਬਹੁਤ ਦਿਲ ਤੋਂ ਪਿਆਰ ਕਰਦੀ ਹਾਂ, ਅੱਜ ਉਸ ਜੋੜੀ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਬਾਬਾ ਜੀ, ਬਾਬਾ ਜੀ। ਮੇਰੇ ਨਾਲ ਤਾਂ ਜੀ ਪਹਿਲਾਂ ਇੱਕ ਫਿਲਮ ਦੇ ਵਿੱਚ ਮੇਰੀ ਮਾਂ ਬਣੀ, ਇੱਕ 'ਚ ਮੇਰੀ ਮਾਸੀ ਬਣੀ। ਮੈਨੂੰ ਤਾਂ ਪਹਿਲਾਂ ਹਜਮ ਜੇ ਨਾ ਹੋਵੇ, ਅੱਛਾ ਮੇਰੀ ਘਰ ਵਾਲੀ ਹੈ ਤੇ ਉਦੋਂ ਬਾਅਦ ਹੁਣ ਘਰ ਵਾਲੇ ਬਣ ਗਾਹਾਂ ਬੱਚੇ ਬਣਨ ਦੀ ਉਮੀਦ ਹੈ ਵੀ ਚਲੋ ਮੇਰੀ ਬੇਟੀ 5ਵਾਂ ਬੱਚਾ ਲੈ ਗਈ, ਬਸ ਇਹ ਕਿਤੇ ਹੱਥ ਫੜ ਕੇ ਐਂ ਕਰ ਦਿੰਦਾ ਬਰਦਾਸ਼ਤ ਨਹੀਂ ਸੀ ਹੁੰਦਾ। ਓਕੇ ਸੋ ਸਰ, ਮੈਂ ਤੁਹਾਡੇ ਕੋਲੋਂ ਲਾਸਟ ਐਂਡ ਲੀਸਟ ਜਾਣਨਾ ਚਾਹਾਂਗੀ ਕਿ ਕਿਉਂਕਿ ਹੁਣ ਫਿਲਮ ਇਹ OTT ਪਲੇਟਫਾਰਮ ਤੇ ਆ ਰਹੀ ਹੈ ਐਂਡ ਓਬਵੀਅਸਲੀ ਜਿਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ ਉਹਨੂੰ, ਔਰ ਇਹਦੀ ਤਾਂ ਰਿਲੀਜ਼ਿੰਗ ਡੇਟ ਵੀ ਆਊਟ ਹੋਈ ਸੀ, ਰਾਈਟ? 14 ਤਰੀਕ ਨੂੰ। ਪਹਿਲਾਂ 22 ਹੋਈ ਸੀ, ਪਹਿਲਾਂ 22 ਹੋਈ ਸੀ, ਅਸੀਂ 22 ਪਾਈ ਹੋਈ ਸਾਰਿਆਂ ਨੇ, 22 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗੂਗੀ। ਪਹਿਲਾਂ ਮੈਂ ਆਪਦੇ ਉਸ ਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਉਹ ਤੇ ਪਾਇਆ ਸੀ ਜੀ। ਐਂਡ ਤੁਸੀਂ ਤਾਂ ਕੋਈ ਖਾਸ ਐਡਿਕਟਡ ਵੀ ਨਹੀਂ ਹੈਗੇ OTT ਦੇ? ਮੈਂ ਤਾਂ ਜੀ ਮੈਂ ਫਿਲਮ ਛੱਡ, ਜੇ ਮੈਨੂੰ ਪਤਾ ਹੁੰਦਾ OTT ਤਾਂ ਮੈਂ ਫਿਲਮ ਛੱਡ ਦਿੰਦਾ। ਮੈਨੂੰ 50 ਆਫਰਾਂ ਹੋਈਆਂ ਨੇ ਨੈਟਫਲਿਕਸ ਵਗੈਰਾ ਦੀਆਂ, ਐਮਾਜ਼ੋਨ ਦੀਆਂ। 50 ਨਰੇਸ਼ ਕਥੂਰੀਆ ਮੇਰੇ ਕੋਲ ਸਕ੍ਰਿਪਟਾਂ ਲੈ ਕੇ ਆਇਆ, ਮੈਂ ਕਿਹਾ ਮੈਂ ਕਰਨੀ ਨਹੀਂ ਇਹਦੇ 'ਚ, ਅਸੀਂ ਥੀਏਟਰ ਵਾਲੇ ਬੰਦੇ ਹਾਂ, ਮੁੜ ਕੇ ਮਸਾਂ ਸਾਨੂੰ ਵਾਹਿਗੁਰੂ ਨੇ ਭਾਗ ਲਾਏ ਨੇ, ਇੱਧਰਲੇ ਪਾਸੇ ਸਾਨੂੰ ਕੰਮ ਮਿਲਿਆ। ਕਿਉਂ? ਛੋਟੇ ਪਰਦੇ ਤੇ ਮੈਂ ਹਜੇ ਨਹੀਂ ਜਾਣਾ ਚਾਹੁੰਦਾ, ਮੈਨੂੰ ਲੱਗਦਾ ਨਹੀਂ ਵੀ ਕਰਨਾ ਨਹੀਂ ਚਾਹੀਦਾ ਸੀ। ਪਰ ਅਫਸੋਸ ਜਾਣ ਦੀ, ਤੁਸੀਂ ਜਦੋਂ ਹੱਥ ਹੀ ਵੜਾ ਬੈਠਦੇ ਹੋ, ਸਾਨੂੰ ਪਤਾ ਹੀ ਨਹੀਂ ਸੀ ਕਿ ਅਣਜਾਣੇ 'ਚ ਅਸੀਂ, ਬਜ਼ੁਰਗਾਂ ਨੇ 50 ਵਾਰੀ ਗੱਲਾਂ ਸਿਖਾਈਆਂ ਨੇ ਵੀ ਹਰੇਕ ਚੀਜ਼ ਪੁੱਤਰੋ ਕਰਨ ਤੋਂ ਪਹਿਲਾਂ ਕਿਸੇ ਨਾਲ ਵੀ ਸਾਂਝੇ ਵਾਲ ਜਾਂ ਇੱਦਾਂ ਤੁਸੀਂ ਕੋਈ ਕੰਮ ਕਰਨਾ ਤਾਂ ਲਿਖਵਾ ਲਓ। ਹੁਣ ਉਹ 100 ਪੇਜ ਪੜ੍ਹਨ ਦੀ ਸ਼ਮਤਾ ਜਾਂ ਉਹ ਸਮਝਦੇ ਨਹੀਂ, ਬੰਦੇ ਦੇ ਅੱਖਾਂ 'ਚ ਅੱਖਾਂ ਪਾ ਕੇ ਵਿਸ਼ਵਾਸ ਕਰ ਲਈਦਾ ਵੀ ਇਹ ਗ੍ਰੇਟ ਹੈ। ਜੀ ਸਰ, ਮੈਂ ਤੁਸੀਂ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਕਿ ਹਰ ਫਿਲਮ ਦੇ ਵਿੱਚ ਇੰਪਰੋਵਾਈਜ਼ੇਸ਼ਨ ਹੋ ਹੀ ਜਾਂਦੀ ਹੈ, ਸੋ ਇਸ ਫਿਲਮ ਦੇ ਵਿੱਚ ਵੀ ਕੁਝ ਸੀਗਾ ਕਿ ਤੁਹਾਨੂੰ ਕੁਝ ਕਰਦੇ ਕਰਦੇ ਇੱਕਦਮ ਯਾਦ ਆਇਆ ਕਿ ਹਾਂਜੀ ਯਾਰ ਉਹ ਇੱਦਾਂ ਹੋਇਆ ਸੀ, ਆਪਾਂ ਇਹ ਚੀਜ਼ ਇਸ ਦੇ ਵਿੱਚ ਲਾ ਸਕਦੇ ਹਾਂ, ਜਾਂ ਇਹ ਚੀਜ਼ ਇੱਦਾਂ ਹੋਈ ਸੀਗੀ, ਮੈਂ ਦੇਖੀ ਹੈ, ਮੇਰੀ ਲਾਈਫ ਦਾ ਇੱਕ ਹਿੱਸਾ ਰਿਹਾ, ਆਪਾਂ ਇਸ ਚੀਜ਼ ਨੂੰ ਵੀ ਲੈ ਕੇ ਆ ਸਕਦੇ ਹਾਂ ਕਾਮੇਡੀ ਵਿੱਚ, ਜਾਂ ਰੋਣ ਦੀ ਗੱਲ ਕਰ ਲਓ, ਕੌਮ ਦੀ ਗੱਲ ਕਰ ਲਓ। ਦੇਖੋ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਚੰਗਾ ਕਰਨ ਲਈ ਪ੍ਰੋਵੀਜ਼ਨ ਹੁੰਦੀ ਹੈ ਜੀ, ਪਰ ਨਰੇਸ਼ ਕਤੂਰੀਆ ਦੀ ਇੱਕ ਐਸੀ ਸਕ੍ਰਿਪਟ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਆਪ ਫਿਰ ਬਹੁਤਾ ਐਫਰਟਸ ਨਹੀਂ ਕਰਨੇ ਪੈਂਦੇ ਜੀ, ਪਰ ਜਿੱਥੇ ਡਿਜ਼ਾਇਰੇਬਲ ਹੋਵੇ, ਕੋਈ ਪੰਚ ਰਿਲੇਟਡ ਹੋਵੇ, ਉਹ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰੀਦੀ ਹੈ ਵੀ ਇਹਦੇ ਨਾਲ ਥੋੜਾ ਜਿਹਾ ਭਰਮਾ ਸੀਨ ਨਿਕਲ ਕੇ ਆ ਜਾਏਗਾ, ਵੀ ਥੋੜੇ ਪੰਚ ਹੋਰ ਐਡ ਹੋ ਜਾਣਗੇ। ਫਿਰ ਜਿਹੜੇ ਅੱਛੇ ਹੁੰਦੇ ਆ, ਸਾਨੂੰ ਸਾਰਿਆਂ ਨੂੰ ਪਸੰਦ ਆਉਂਦੇ ਆ, ਉਹ ਵਿੱਚ ਰੱਖ ਲਈਦੇ। ਬਿਲਕੁਲ ਜੀ। ਐਂਡ ਤੁਹਾਡੀ ਜੇ ਗੱਲ ਕੀਤੀ ਜਾਵੇ, ਸੋ ਹੁਣ ਇਸ ਫਿਲਮ ਦੀ ਯੂਜੂਅਲੀ ਜੇ ਗੱਲ ਕੀਤੀ ਜਾਵੇ ਸਰ, ਤੁਸੀਂ ਸੀਨੀਅਰ ਹੋ, ਅਰਮਾਨ ਬਹੁਤ ਹੈ ਨਾ ਹੈਗੇ ਨੇ, ਔਰ ਜੇ ਮਨਿੰਦਰ ਦੀ ਗੱਲ ਕਰੀਏ ਜਾਂ ਪ੍ਰਕਾਸ਼ ਦੀ ਗੱਲ ਕਰੀਏ, ਚੱਲਦਾ ਹੈ ਆਪਣੇ ਆਪ ਨੂੰ ਇੱਦਾਂ ਦੇਖਣਾ, ਹਾਊਸ ਇਟ? ਜਿਹੜੀ ਚੀਜ਼ ਮੈਂ ਤਾਂ ਉਹ ਕਰਨ 'ਚ ਬੜਾ ਖੁਸ਼ ਹਾਂ ਜੀ। ਇਹ ਕਲਯੁਗ ਦਾ ਜ਼ਮਾਨਾ ਚੱਲਦਾ, ਹਰੇਕ ਸਟ੍ਰੈਸਫੁਲ ਹੈ, ਹਰੇਕ ਬੰਦਾ ਘਰੇ ਕਿਸੇ ਨੂੰ ਵੱਡੇ ਬਣਨ ਦੀ, ਕਿਸੇ ਨੂੰ ਜਹਾਜ਼ ਚੜ੍ਹਨ ਦੀ, ਕਿਸੇ ਨੂੰ ਬੱਚਿਆਂ ਨੂੰ ਸੈੱਟ ਕਰਨ ਦੀ, ਕਿਸੇ ਨੂੰ ਬੁੱਢੇ ਪੇਰੈਂਟਸ ਦੀ ਫਿਕਰ ਹੈ। ਕੁਛ ਵੀ ਕਰਕੇ ਲਾਈਕ ਕਾਇਦੇ ਕਾਨੂੰਨ 'ਚ ਰਹਿ ਕੇ ਜਿਹੜਾ ਬੇਸ਼ਰਮੀ ਵਾਲਾ ਕੰਮ ਨਾ ਹੋਵੇ, ਕੁਛ ਵੀ ਕਰਕੇ ਜੇ ਕਿਸੇ ਦੇ ਚਿਹਰੇ ਤੇ ਹਾਸਾ ਆਉਂਦਾ ਤਾਂ ਉਹ ਮੈਂ ਕਰਨ ਨੂੰ ਤਿਆਰ ਹਾਂ। ਅੱਛਾ, ਇੱਕ ਸਵਾਲ ਮੇਰੇ ਦਿਮਾਗ 'ਚ ਜ਼ਰੂਰ ਹੈ, ਛੋਟੇ ਹੁੰਦੇ ਆਪਣੀਆਂ ਵੈਸੇ ਬਹੁਤ ਕੋਈ ਫੋਟੋਜ਼ ਦੀ ਮੈਮਰੀਜ਼ ਨਹੀਂ ਹੁੰਦੀ, ਪਰ ਕੁਛ ਇੱਕ ਤਸਵੀਰਾਂ ਇਹੋ ਜਿਹੀਆਂ ਹੁੰਦੀਆਂ ਨੇ ਨਾ, ਇਹੋ ਜਿਹੀਆਂ ਕਿ ਸਾਡੇ ਪੇਰੈਂਟਸ ਹਰ ਆਏ ਰਿਸ਼ਤੇਦਾਰ ਨੂੰ ਵੀ ਖਾਂਦੇ, ਬੜਾ ਐਮਬੈਰਸ ਫੀਲ ਹੁੰਦਾ। ਇਟ ਹੈਪਨ ਟੂ ਯੂ? ਹਾਂ 100% ਹੁੰਦਾ ਹੀ ਆ। ਉਹ ਤਾਂ ਸਾਰਾ ਕੁਝ ਕਰਕੇ ਗਏ, ਹੋਰ ਹੀ ਬਿੰਗੇ ਟੇਢੇ ਜੇ ਮੂੰਹ ਉਧਰ ਖੜਿਆ, ਉਹ ਇੱਕੋ ਤਰ੍ਹਾਂ ਦੀ ਡਰੈਸ ਜਾਣ ਦੀ। ਹੁਣ ਤਾਂ ਅਸੀਂ ਬ੍ਰਾਂਡਡ ਬਣ ਗਏ, ਜਾਣ ਦੀ ਸੋਹਣੇ ਬਣਾਉਣ ਤੇ ਲੱਗੇ ਹੋਏ, ਬੱਚਿਆਂ ਨੂੰ ਸਿਆਣੇ ਬਣਾਉਣ ਤੇ ਨਹੀਂ ਲੱਗੇ ਹੋਏ। ਇਸ ਕਰਕੇ ਪਹਿਲਾਂ ਜੇ ਵਿਆਹ ਹੁੰਦਾ ਸੀ ਨਾ
ਤਾਂ ਇੱਕੋ ਹੀ ਕੱਪੜਾ ਲੈ ਲੈਂਦੇ ਸੀ, ਵੱਡੇ ਛੋਟੇ ਦੇ ਇੱਕੋ ਹੀ ਡੱਬੀਆਂ ਵਾਲਾ, ਵੱਡਾ ਛੋਟਾ ਹਾਂ ਇਕੱਠਿਆਂ ਦੇ ਇੱਕੋ ਜਿਹੀ ਨਿੱਕਰਾਂ, ਇਕੱਠਿਆਂ ਦੇ ਇੱਕੋ ਜਿਹੀ ਸ਼ਰਟ। ਤਾਂ ਉਹ ਦਿਖਾ ਕੇ ਹੁਣ ਉਹ, ਪਰ ਉਹ ਫੀਲ ਬਹੁਤ ਵਧੀਆ ਹੁੰਦਾ ਵੀ ਯਾਰ ਉਦੋਂ ਪਿਆਰ ਸਤਿਕਾਰ ਇੱਜ਼ਤ ਬਹੁਤ ਸੀਗੀ। ਹੁਣ ਅਸੀਂ ਬ੍ਰਾਂਡਡ ਧੱਕੇ ਨਾਲ ਮਾਂ-ਬਾਪ ਦੀ ਤਨਖਾਹਾਂ ਇੰਨੀਆਂ ਕੁ ਵਧੀਆ ਨੇ, ਉਹਨਾਂ ਦੇ ਜਿਹੜਾ ਉਹਨਾਂ ਨੇ ਜ਼ਿੰਦਗੀ 'ਚ ਗੇਨ ਕੀਤਾ ਉਹ ਬਹੁਤ ਥੋੜ੍ਹਾ ਕੀਤਾ, ਪਰ ਅਸੀਂ ਪੈਸੇ ਬਹੁਤ ਜ਼ਿਆਦਾ ਲਵਾਉਣ। ਉਦੋਂ ਸਾਨੂੰ ਚਵਾਨੀ ਮਿਲਦੀ ਸੀ ਜਾਂ 1 ਰੁਪਈਆ ਮਿਲਦਾ ਸੀ, ਹੁਣ ਅਸੀਂ 10-10 ਹਜ਼ਾਰ ਮੰਗਦੇ ਹਾਂ ਪੋਕਟ ਮਨੀ ਜੀ, ਹੈ ਨਾ। ਅਤੇ ਉਹ ਫਰਕ ਬੜਾ ਪੈ ਗਿਆ, ਉਹ ਕਰਨ ਕੀ ਰਾਈਟ ਹੈ ਨਾ। ਪਰ ਉਹਦਾ ਸਤਿਕਾਰ ਬੜਾ, ਉਸ ਚੀਜ਼ ਨੂੰ ਦੇਖ ਕੇ ਮਜ਼ਾ ਬਹੁਤ ਆਉਂਦਾ ਵੀ ਯਾਰ ਵਧੀਆ ਦਿਨ ਸੀਗੇ ਜਦੋਂ ਲੜਾਈ ਛੋਟੀ ਖੁਸ਼ੀਆਂ ਦੀ ਸੀਗੀ। ਹੁਣ ਵੱਡੀ ਖੁਸ਼ੀ ਵੀ ਅਸੀਂ ਦੇਖਦੇ, ਛੋਟਾ ਜਵਾਕ ਮਿੰਟ 'ਚ ਅਸੀਂ ਬਦਾਮ ਉਹਦੇ ਮੂੰਹ 'ਚ ਤੁੰਨਦੇ ਹਾਂ, ਕਾਜੂ ਉਹਨੂੰ ਦੇ ਤੇ ਮੋਟਰਸਾਈਕਲ ਦਾ ਮੰਨਦਾ, ਮੋਟਰਸਾਈਕਲ ਲੈ ਆਉਂਦੇ ਹਾਂ, 2 ਕੁ ਵਾਰੀ ਅੜਦਾ ਤਾਂ ਕਾਰ ਤੱਕ ਪਹੁੰਚ ਜਾਂਦੇ ਹਾਂ ਅਸੀਂ, ਹੈ ਨਾ। ਤਾਂ ਪਰ ਉਹਨੂੰ ਐਂ ਨਹੀਂ, ਅਸੀਂ ਇਨਡਾਇਰੈਕਟ ਵੇ ਨਾਲ ਬੇਸਿਕਲੀ ਖਰਾਬ ਕਰ ਰਹੇ ਹਾਂ। ਫੋਨ ਹੁਣ ਛੋਟੇ ਜਵਾਕਾਂ ਦੇ ਹੱਥਾਂ 'ਚ ਨੇ, ਉਹ ਬੰਬ ਹੀ ਫੜਾ ਰੱਖੇ ਨੇ ਅਸੀਂ, ਰਾਈਟ। ਬਣਦਾ ਨਹੀਂ ਹੈਗਾ ਉਹ, ਤਾਂ ਸਾਰਿਆਂ 10ਵੀਂ ਤੱਕ ਸਾਰਿਆਂ ਦੇ ਐਨਕਾਂ ਲੱਗੀਆਂ ਹੋਈਆਂ ਨੇ ਮੋਸਟਲੀ 99%। ਤਾਂ ਇਦੋਂ ਵੱਡਾ ਨਿਘਾਰ ਕੀ ਹੋਊਗਾ ਜ਼ਿੰਦਗੀ ਦਾ, ਨਹੀਂ ਕਰਨਾ ਚਾਹੀਦਾ। ਉਹ ਸਾਨੂੰ ਅੰਬਾਂ ਦੀ ਖੁਸ਼ੀ ਹੁੰਦੀ ਸੀ, ਮਾਮਾ ਚਾਚਾ ਫੁੱਫੜ ਤਾਇਆ ਘਰੇ ਲਿਫਾਫਾ ਚੱਕ ਕੇ, ਉਹਦੀ ਖੁਸ਼ੀ ਘੱਟ ਹੁੰਦੀ ਸੀ, ਲਿਫਾਫਾ ਦੇਖਦੇ ਸੀ, ਹੈ ਨਾ। ਉਹ ਕਿੰਨੇ ਵਧੀਆ ਦਿਨ ਸੀਗੇ, ਹੈ ਨਾ। ਉਹ ਇਸ ਦੇ ਕੌਲੀ ਮੰਗ ਕੇ ਆਂਢ ਗੁਆਂਢ 'ਚ ਸਾਨੂੰ ਸਬਜ਼ੀਆਂ ਆਮ ਹੀ ਟਰਾਂਸਫਰ ਹੁੰਦੀਆਂ ਸੀ। ਹੁਣ ਘਰ ਵਾਲੇ ਦੂਜੇ ਘਰ ਵਾਲਾ ਜਾਣਦੇ ਨਹੀਂ, ਤੇ ਗੁਆਂਢੀ ਕੁੱਟ ਦਿੰਦੇ ਹੁੰਦੇ ਸੀ। ਔਰ ਉਹ ਵਕਤ ਉਹ ਸੀ ਜਦੋਂ ਬੱਚਾ ਰੋਂਦਾ ਸੀ, ਰੋਂਦੇ ਹੋਏ ਨੂੰ ਚੁੱਪ ਕਰਾਉਣ ਲਈ ਕੁੱਟਿਆ ਜਾਂਦਾ ਸੀ। ਖਬਰਦਾਰ ਜੀ ਆਵਾਜ਼, ਹਾਂ ਫਿਰ ਕੁੱਟਦੇ ਸੀਗਾ, ਚੁੱਪ ਕਰਕੇ ਹੁਣ ਬੋਲਿਆ। ਉਹ ਆਨੰਦ ਸੀ। ਗੱਲ ਯਾਦ ਆ ਕਿ ਸਾਡੇ ਭੂਆ ਘਰੇ ਆਉਣ ਲੱਗੀ ਤੇ ਰਾਹ 'ਚ ਚਿਤਰੀ ਵਾਲੇ ਕੇਲੇ ਲੈ ਲਏ ਵੀ ਚਲੋ ਘਰੇ ਚੱਲੇ ਆ, ਬੱਚੇ ਕੇਲੇ ਖਾ ਲੈਣਗੇ। ਆਪ ਸੀਟ ਤੇ ਬਹਿ ਗਈ, ਨਾਲ ਦੇ ਇੱਥੇ ਪਾਸੇ ਕੇਲੇ ਰੱਖਤੇ। ਕੋਈ ਸਵਾਰੀ ਆਈ, ਰੜ ਦੇਣੇ ਆ ਕੇ ਕੇਲਿਆਂ ਤੇ ਬਹਿ ਗਈ। ਹੁਣ ਫਿੱਸੇ ਹੋਏ ਕੇਲੇ ਨਾ ਭੂਆ ਲਿਆਉਣ ਜੋਗੀ ਨਾ ਸਿੱਟਣ ਜੋਗੀ, ਤੇ ਭੂਆ ਘਰੇ ਲੈ ਆਈ। ਜਦੋਂ ਜਾਣ ਲੱਗੀ ਭੂਆ ਦੇਖੇ ਸਾਰੇ ਜਵਾਕ ਕੌਲੀਆਂ ਦੇ ਵਿੱਚ ਪਾ ਕੇ ਚਮਚਿਆਂ ਨਾਲ ਖਾਣ। ਕਹਿੰਦੇ ਕੀ ਆ, ਕਹਿੰਦਾ ਭੂਆ ਤਰੀ ਵਾਲੇ ਕੇਲੇ ਲੈ ਕੇ। ਉਹਨੇ ਦੇਖਦੇ ਸੀ ਵੀ ਮਹਿਮਾਨ ਗਿਆ, ਉਸ ਤੋਂ ਬਾਅਦ ਜਿਹੜੇ ਟੁੱਟ ਕੇ ਪੈਂਦੇ ਸੀ ਬਿਸਕਟਾਂ ਨੂੰ, ਬਰਫੀਆਂ ਨੂੰ, ਆਏ ਹਾਏ। ਪਰ ਹੁਣ ਤਾਂ ਭੂਆ ਦੀ ਵੀ ਉਡੀਕ ਨਹੀਂ ਨਾ। ਮੈਂ ਤਾਂ ਉਹ ਕਹਿੰਦੀ ਸੀ, ਪਹਿਲਾਂ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਵੀ ਆਪਾਂ ਕਹਿੰਦੇ ਵੀ ਆ ਫੋਨ ਆ ਗਏ ਆ ਤੇ ਇਹਦੇ ਨਾਲ ਦੂਰੀਆਂ ਘਟ ਗਈਆਂ ਨੇ, ਪਰ ਮੈਨੂੰ ਇਹ ਲੱਗਦਾ ਫੋਨ ਆ ਗਏ, ਦੂਰੀਆਂ ਵੱਧ ਗਈਆਂ ਨੇ। ਮੈਡਮ ਕੀ ਬਾਤ ਹੈ। ਨਹੀਂ ਤਾਂ ਉਹ ਬੱਚੇ ਦੇ ਕੋਲ ਕੋਈ ਭੂਆ ਮਾਮੀ ਚਾਚੀ ਕੋਈ ਰਿਸ਼ਤੇਦਾਰ ਆਇਆ ਹੁੰਦਾ, ਉਹਦੇ ਕੋਲ 2 ਮਿੰਟ ਬੈਠਣ ਦਾ ਵਕਤ ਨਹੀਂ, ਜਿੱਥੇ ਕਿ ਉਹ ਜਦੋਂ ਜਾਣ ਲਈ ਆਪਣਾ ਝੋਲਾ ਤਿਆਰ ਕਰਦੇ ਸੀ ਤੇ ਰੋ ਕੇ ਬੁਰਾ ਹਾਲ ਹੋ ਜਾਂਦਾ ਸੀ, ਤੁਸੀਂ ਜਾ ਕੇ ਰਹੇ ਹੋ। ਬਿਲਕੁਲ ਹੁੰਦਾ ਸੀ ਵੀ ਇਹਨੇ ਜਾਣਾ ਕਦੋਂ ਆ, ਸਾਨੂੰ ਬੈਠਣਾ ਪੈਂਦਾ। ਜੁਆਇੰਟ ਫੈਮਿਲੀ ਵੈਂਚਰ ਸੀ ਨਾ ਜੀ, ਉਦੋਂ ਸਾਡੇ ਜਿਵੇਂ ਆਪ ਤੋਂ ਵੱਡੇ ਅੰਕਲ ਚਾਚਾ ਮਾਮਾ ਤਾਇਆ ਫੁੱਫੜ ਆਇਆ, ਜੇ ਉੱਥੇ ਜਿਵੇਂ ਐ ਲੱਤ ਰੱਖ ਕੇ ਜੇ ਬੈਠ ਜਾਂਦੀ ਸੀ ਨਾ, ਕੰਨ ਤੇ ਸਾਰਿਆਂ ਸਾਹਮਣੇ ਚਪੇਟ ਪੈਂਦੀ, ਤੈਨੂੰ ਬੈਠਣ ਦੇ ਰਹੇਗਾ। ਤਾਂ ਉਹ ਚੀਜ਼ਾਂ ਸਿਖਾਈਆਂ ਨੇ, ਐ ਬੈਠੇ ਰਹਿਣਾ। ਤੁਸੀਂ ਪਰਿਵਾਰਕ ਮਾਹੌਲ ਬਣ ਜਾਂਦਾ ਨਾ, ਗੱਲਾਂ ਕਦੇ ਮਤਲਬ ਐਂਡਲੈਸ ਹੋ ਜਾਂਦੀਆਂ ਨੇ, ਮੁੱਕ ਹੀ ਨਹੀਂ ਸਕਦੀਆਂ। ਸੋ ਬੜਾ ਵਧੀਆ ਲੱਗ ਰਿਹਾ ਤੁਹਾਡੇ ਸਾਰਿਆਂ ਬਾਰੇ ਜਾਣ ਕੇ, ਨਿੱਕੇ ਇੰਸੀਡੈਂਟ। ਸਰ ਤੁਸੀਂ ਬੜੇ ਚੁੱਪ ਹੋ, ਤੁਸੀਂ ਕੁਝ ਕਹਿਣਾ ਚਾਹਦੇ ਹੋ, ਕੁਝ ਸੋਚ ਰਹੇ ਹੋ? ਇਹਨਾਂ ਤਾਂ ਮੈਂ ਬੋਲਿਆ ਉਹਨਾਂ ਨਹੀਂ ਜਿੰਨਾ ਤੁਸੀਂ ਗੱਲ ਕਰਦੇ ਹੋ। ਆਰ ਯੂ ਥਿੰਕਿੰਗ ਅਬਾਊਟ ਸਮਥਿੰਗ? ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਦੱਸੋ ਕਿਹਦੇ ਬਾਰੇ ਕਹੋਣਾ? ਕੁਝ ਚੱਲ ਰਿਹਾ ਮਾਈਂਡ ਦੇ ਵਿੱਚ? ਮੇਰੇ ਕੁਝ ਨਹੀਂ ਚੱਲ ਰਿਹਾ। ਪੱਕੀ ਗੱਲ ਹੈ। ਮੈਂ ਨਹੀਂ ਨਾ ਉਹਨਾਂ ਪਾਰਟਿਸਿਪੇਟ ਕਰ ਰਹੇ। ਹਾਂ ਥੋੜਾ ਮੈਂ ਸੋਚ ਰਹੇ ਨੇ ਕੀ ਕਵਾਂ ਕੀ ਨਾ ਕਵਾਂ। ਨਹੀਂ ਕੀ ਕਹਿਣਾ ਚਾਹੁੰਦੇ ਵੈਸੇ? ਸਰ ਪ੍ਰੈਸ਼ਰ ਤੇ ਨਹੀਂ ਲੱਗੇ ਕਮੈਂਟਾਂ ਦਾ? ਨਹੀਂ ਹਜੇ ਤਾਂ ਮੈਂ ਪਾਇਆ ਨਹੀਂ ਹੈ ਟ੍ਰੇਲਰ। ਸਰ ਫਿਰ ਵੀ ਇਨ ਦਾ ਐਂਡ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਤਾਂ ਬਸ ਇਹੀ ਬੇਨਤੀ ਕਰੂੰਗਾ ਸਾਰੇ ਦਰਸ਼ਕਾਂ ਨੂੰ ਕਿ ਪਲੀਜ਼ ਇਹਨੂੰ ਲਾਈਟਲੀ ਲਓ ਸਾਡੇ ਕੰਮ ਨੂੰ। ਜੇ ਅਸੀਂ ਤੁਹਾਡੇ ਮਨੋਰੰਜਨ ਲਈ ਇੰਨਾ ਕੁਝ ਕੀਤਾ, ਇੰਨੀ ਮਿਹਨਤ ਕੀਤੀ ਆ, ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਉਹਨੂੰ ਰੱਜਵਾਂ ਪਿਆਰ ਦਿਓ ਜੇ ਚੀਜ਼ ਤੁਹਾਨੂੰ ਅੱਛੀ ਲੱਗਦੀ ਆ। ਬਾਕੀ ਅਸੀਂ ਹਮੇਸ਼ਾ ਕਿਸਾਨੀ ਦੇ ਨਾਲ ਖੜਦੇ ਹਾਂ ਤੇ ਖੜੇ ਰਹਾਂਗੇ। ਔਰ ਸਾਨੂੰ ਜਥੇਬੰਦੀਆਂ ਦੇ ਜਿਹੜੇ ਮੋਹਰੀ ਨੇ, ਉਹਨਾਂ ਨੇ ਵੀ ਇੱਕ ਵਾਰੀ ਇਹ ਜ਼ਰੂਰ ਕਹਿਤਾ ਸੀ ਕਿ ਸਾਡੇ ਵੱਲੋਂ ਕੋਈ ਨਹੀਂ ਨਾ ਨੁੱਕਰ, ਤੁਸੀਂ ਆਪਣਾ ਕੰਮ ਕਰੋ, ਤੁਸੀਂ ਹਮੇਸ਼ਾ ਸਾਡੇ ਲਈ ਖੜੇ ਹੋ। ਔਰ ਪਹਿਲਾਂ ਤੁਸੀਂ ਆ ਕੇ ਖੜੇ ਹੋ ਸਾਰੇ ਕਲਾਕਾਰ ਸਾਡੇ ਨਾਲ, ਤੇ ਸਾਨੂੰ ਤੁਹਾਡੇ ਤੇ ਮਾਣ ਆ। ਫਿਰ ਵੀ ਪਤਾ ਨਹੀਂ ਕਿਉਂ ਉਹਨਾਂ ਦੀ ਕਹੀ ਤੇ ਗੱਲ ਤੇ ਕੁਝ ਲੋਕ ਫੁੱਲ ਕਿਉਂ ਨਹੀਂ ਚੜਾ ਰਹੇ, ਕਿਉਂ ਸਾਨੂੰ ਫਿਰ ਇਦਾਂ ਦੇ ਕਮੈਂਟਸ ਸੁਣਨ ਨੂੰ ਮਿਲਦੇ ਨੇ ਵੀ ਤੁਸੀਂ ਐਂ ਕੀਤਾ, ਤੁਸੀਂ ਐਂ ਕੀਤਾ। ਭਰਾਵੋ ਤੁਹਾਡੇ ਲਈ ਇਹ ਕਰ ਰਹੇ ਹਾਂ ਜੋ ਕਰ ਰਹੇ ਹਾਂ, ਠੀਕ ਆ। ਸਾਨੂੰ ਪੈਸਾ ਮਿਲਦਾ, ਅਸੀਂ ਐਕਟਿੰਗ ਕਰਦੇ ਹਾਂ, ਉਹਦੀ ਸਾਨੂੰ ਮਿਹਨਤ ਨਾਲ ਮਿਲਦਾ ਵਾ, ਪਰ ਉਹਦੇ ਪਿੱਛੇ ਸਭ ਤੋਂ ਜਿਹੜਾ ਵੱਡਾ ਕੰਮ ਹੁੰਦਾ ਉਹ ਇਹ ਹੁੰਦਾ ਕਿ ਤੁਹਾਡੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਈਏ, ਹੱਸੀ ਖੁਸ਼ੀ ਲੈ ਕੇ ਆਈਏ, ਤੁਹਾਡੇ ਟੱਬਰ ਦੇ ਮੂੰਹ ਤੇ ਹੱਸੀ ਖੁਸ਼ੀ ਲੈ ਕੇ ਆਈਏ। ਚਲੋ ਜੇ ਉਹਦੇ ਬਦਲੇ 1-2 ਤੱਤੇ ਬੋਲ ਵੀ ਤੁਸੀਂ ਬੋਲ ਦਿੰਦੇ ਹੋ, ਅਸੀਂ ਉਹ ਵੀ ਮਨਜ਼ੂਰ ਕਰ ਲੈਂਦੇ ਹਾਂ। ਪਰ ਆਪਣੀ ਪੰਜਾਬੀਅਤ ਨੂੰ ਪਿਆਰ ਕਰੋ, ਆਪਣੀ ਪੰਜਾਬੀ ਇੰਡਸਟਰੀ ਨੂੰ ਪਿਆਰ ਕਰੋ। ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਕਸੌਟੀ ਤੇ ਜ਼ਰੂਰ ਖਰੇ ਉਤਰਾਂਗੇ। ਸੋ ਹੀ ਤਵੱਕੋ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
Thank you ਜੀ, thank you. ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ। ਜਿਸ ਤਰ੍ਹਾਂ ਅਸੀਂ ਮੈਨੂੰ ਲੱਗਦਾ ਹੈ ਕਿ ਹਰਟ ਹੁੰਨੇ ਆ, ਉਸੇ ਤਰ੍ਹਾਂ ਜਿਹੜਾ ਕਲਾਕਾਰ ਹੈ ਉਹ ਵੀ ਬਹੁਤ ਕੂਲਾ ਹੁੰਦਾ ਹੈ, ਉਹਨੂੰ ਵੀ ਤਕਲੀਫ ਹੁੰਦੀ ਹੈ। ਮਿਹਨਤ ਕਰਨਾ, ਸ਼ੂਟਿੰਗ ਕਰਨਾ, ਬਹੁਤ ਕੜਾਕੇ ਦੀ ਠੰਡ ਹੋਵੇ ਜਾਂ ਬਹੁਤ ਪੈਂਦੀ ਗਰਮੀ ਹੋਵੇ, ਉਹ ਕਦੇ ਨਹੀਂ ਸੋਚਦੇ ਕਿ ਹਾਂ ਸਾਨੂੰ ਇਹ ਪ੍ਰੋਬਲਮਸ ਨੇ। ਸੋ ਆਪਣੀਆਂ ਹਰ ਇੱਕ ਸਮੱਸਿਆਵਾਂ ਨੂੰ ਪਿੱਛੇ ਰੱਖ ਕੇ ਜੇ ਕਲਾਕਾਰ ਤੁਹਾਡੇ ਲਈ ਕੁਝ ਲੈ ਕੇ ਆਉਂਦਾ ਹੈ, ਪਲੀਜ਼ ਉਸ ਦਾ ਵੈਲਕਮ ਕਰੋ ਔਰ ਸਟੇ ਪੋਜ਼ਿਟਿਵ, ਸਪਰੈਡ ਪੋਜ਼ਿਟਿਵਿਟੀ ਐਂਡ ਸਟੇ ਹੈਪੀ। ਆਪਣਾ ਤੇ ਆਪਣਾ ਦਾ ਰੱਖੋ ਖਿਆਲ। ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ। ਐਂਡ ਹਾਂ, ਫਿਲਮ ਜ਼ਰੂਰ ਦੇਖਿਓ, ਇਹ ਰੋਨ ਕੌਮ ਹੈ, ਸੋ ਇੱਕ ਕੁਝ ਅਲੱਗ ਜਿਹਾ ਦੇਖਣਾ ਤੇ ਬਣਦਾ ਹੈ ਨਾ, ਔਰ ਤੁਹਾਡੀ ਸਪੋਰਟ ਸਾਡੇ ਲਈ ਹਮੇਸ਼ਾ ਹੀ ਬੜੀ ਜ਼ਿਆਦਾ ਵੈਲਿਊਏਬਲ ਹੈ। ਸੋ ਕੀਪ ਸਪੋਰਟਿੰਗ ਐਂਡ ਥੈਂਕ ਯੂ ਸੋ ਮਚ। ਸਾਈਨਿੰਗ ਆਫ, ਸਤਿ ਸ਼੍ਰੀ ਅਕਾਲ।